श्री गुरु नानक पाद पंकज बंदन, पाद पंकज बंदना। सिमरो अंगद दोख निकंदना, दोख निकंदना। अमरदास गोर श्री गुरु रामदास गुण गावो, श्री गुरु रामदास गुण गावो। गुरु अर्जन विगणन के नाशक, विगणन के नाशक। गुरु हर गोबिंद शुभ मत प्रकाशक, शुभ मत प्रकाशक। गुरु हर राय नमो कर जोरी, नमो कर जोरी। गुरु हर कृष्ण मनाए बहोरी, मनाए बहोरी। तेग बहादुर परम कृपाला जी, परम कृपाला। गुरु गोबिंद सिंह विशाला, गुरु गोबिंद सिंह विशाला। तरों तरा पुर पुन पुन सीसा जी, पुन पुन सीसा। बंदो बार बार जगदीसा, बंदो बार बार जगदीसा। श्री गुरु तेग बहादुर महाराज जी दे पावन पवित्र अस्थान गुरुद्वारा सीसगंज ਸਾਹਿਬ ਵਿਖੇ श्री गुरु तेग बहादुर महाराज जी दी, श्री गुरु ग्रंथ साहिब महाराज जी दी पावन पवित्र हजूरी अंदर जुड़ बैठी साध संगत जी। आप जी शाम दे लगे दरबार दे अंदर श्री गुरु अमरदास महाराज जी दी पावन इतिहास दी जो कथा चल रही है उस दे नाल सांझ पाउण दे लई, श्रवण करन दे लई इस पावन दरबार अंदर जुड़ बैठे हो। श्री गुरु अमरदास महाराज जी दे सिखां दे नाल प्रश्न उत्तर चल रहे ने। सिख आपो अपनियां मुश्किलां लैके आउंदे ने, गुरु जी दे सामने सवाल करते हैं, महाराज जी उसका जवाब देंदे ने। आओ हुण जिवें अगे कथा चलती है बड़े प्रेम अदब सत्कार दे नाल गुरु जी वालों बख्शे हुए गुरमंत्र की सांझ पाउंदियां कथा आरंभ करिए जी। सतनाम श्री वाहेगुरु साहिब जी, सतनाम श्री वाहेगुरु साहिब जी। दोए चीमे मलियार सहारू, करे चरण लख गुर सुख करू। एक भाई मलियार ते सहारू, ये महाराज जी का दरबार लग्या होया महाराज कोल आए ने। श्री गुरु महाराज जी नूं ये सुखां दा घर समझते ने, इस करके महाराज जी के चरणों में ढह पे हैं। तिन प्रत करत भये उपदेश, सीखन सेवा करो विशेष। उन्हां दे प्रति गुरु जी ने उपदेश किया, कहंदे भाई सिखां दी सेवा करो अते दिन प्रत गुरु के दरबार विच सेवा करनी है। सीवो बस्तर अंग पहरावो,
ਕਹਿੰਦੇ ਨੇ ਜੇ ਕੋਈ ਬੰਦਗੀ ਵਾਲਾ ਮਿਲਦਾ ਹੈ, ਜੇ ਕਿਸੇ ਨੂੰ ਵਸਤਰ ਨਹੀਂ ਮਿਲਦੇ ਉਹਨੂੰ ਵਸਤਰ ਦੇ ਲਓ। ਐਵੇਂ ਕਰਨ ਦੇ ਨਾਲ ਜਿਹੜਾ ਅਪਵਿੱਤਰ ਮਨ ਹੈ, ਜਿਹੜਾ ਮੈਲਾ ਮਨ ਹੈ, ਇਹ ਚੰਗਾ ਹੋ ਜਾਵੇਗਾ। ਉਜਲ ਆਛੇ ਕਰ ਕਰ ਦੇਹੋ, ਔਰ ਉਜਲਤਾ ਪੁਨ ਤੁਮ ਲਿਹੋ। ਤੁਸੀਂ ਉਹਨਾਂ ਨੂੰ ਜਦੋਂ ਉਜਲ ਕਰੋਗੇ, ਭਾਵ ਚੰਗੇ ਕੱਪੜੇ ਪਵਾਓਗੇ, ਉਹਨਾਂ ਨੂੰ ਉਜਲ ਕਰਦਿਆਂ ਕਰਦਿਆਂ ਆਪਣਾ ਮਨ ਵੀ ਉਜਲ ਹੋ ਜਾਵੇਗਾ। ਗੁਰ ਕੇ ਸੰਗ ਗੰਢ ਤਬ ਪਰੈ, ਸਤ ਸੰਗਤ ਮਨ ਕੀ ਮਲ ਹਰੈ। ਜਦੋਂ ਗੁਰੂ ਦੇ ਨਾਲ ਜੇ ਪ੍ਰੀਤੀ ਪਾਉਣੀ ਹੈ ਔਰ ਜੇ ਮੈਲ ਨੂੰ ਦੂਰ ਕਰਨਾ ਹੈ, ਫਿਰ ਸਤ ਸੰਗਤ ਕਰੋ, ਕਿਉਂਕਿ ਜਿਹੜੀ ਸਤ ਸੰਗਤ ਹੈ ਇਹ ਮਨ ਦੀ ਮੈਲ ਨੂੰ ਦੂਰ ਕਰ ਦਿੰਦੀ ਹੈ। ਕਿਉਂਕਿ ਸਤ ਸੰਗਤ ਵਿੱਚ ਆ ਕੇ ਸੱਚਾਈ ਦਾ ਉਪਦੇਸ਼ ਮਿਲਦਾ ਹੈ, ਮਨੁੱਖ ਨੂੰ ਆਪਣਾ ਮਨੋਰਥ ਪਤਾ ਲੱਗਦਾ ਹੈ, ਪ੍ਰਯੋਜਨ ਪਤਾ ਲੱਗਦਾ ਹੈ, ਸੁੱਤਾ ਹੋਇਆ ਮਨ ਜਾਗ ਜਾਂਦਾ ਹੈ, ਵਕਾਰੀ ਮਨ ਨਿਰੰਕਾਰੀ ਬਣ ਜਾਂਦਾ ਹੈ। ਸਰਤਾ ਧਰੋ ਕਰੋ ਗੁਰ ਸੇਵਾ, ਸਿਮਰੋ ਨਾਮ ਜੋ ਦੇਵਨ ਦੇਵਾ। ਮਹਾਰਾਜ ਕਹਿੰਦੇ ਸ਼ਰਧਾ ਧਾਰ ਕੇ ਗੁਰੂ ਦੀ ਸੇਵਾ ਕਰੋ ਅਤੇ ਨਾਮ ਦੇ ਨਾਲ ਲਿਵ ਲਾਵੋ, ਕਿਉਂਕਿ ਜਿਹੜਾ ਨਾਮ ਹੈ ਇਹ ਦੇਵੀ ਦੇਵਤਿਆਂ ਨੂੰ ਵੀ ਪ੍ਰਕਾਸ਼ ਕਰਨ ਵਾਲਾ ਹੈ। ਗੁਰਬਾਣੀ ਕਹਿੰਦੀ ਹੈ ਨਾਮ ਜਪਦਿਆਂ ਜਪਦਿਆਂ ਮਨੁੱਖ ਦੇਵਤਿਆਂ ਵਰਗਾ ਬਣ ਜਾਂਦਾ, ਪਰਮੇਸ਼ਰ ਦੀ ਬੰਦਗੀ ਕਰਦਿਆਂ ਕਰਦਿਆਂ ਮਨੁੱਖ ਪਰਮੇਸ਼ਰ ਦਾ ਭਗਤ ਬਣ ਜਾਂਦਾ ਹੈ। ਬਾਣੀ ਕਹਿੰਦੀ ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ। ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਹੁ ਕੁੰਟ ਜਾਤੇ। ਜਿਨ੍ਹਾਂ ਨੂੰ ਕੋਈ ਨਹੀਂ ਜਾਣਦਾ ਹੁੰਦਾ, ਹਰੀ ਦਾ ਸਿਮਰਨ ਕਰਦਿਆਂ ਚੌਂ ਕੁੰਡਾਂ ਦੇ ਵਿੱਚ ਉਹਨਾਂ ਨੂੰ ਦੁਨੀਆ ਜਾਣਦੀ ਹੈ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਚਹੁ ਕੁੰਟ ਮਾਨੈ। ਜਿਸ ਨੂੰ ਕੋਈ ਨਹੀਂ ਜਾਣਦਾ ਹੁੰਦਾ, ਨਾਮ ਜਪਦਿਆਂ ਜਪਦਿਆਂ ਚਾਰ ਕੁੰਡਾਂ ਉਹਨੂੰ ਜਾਣਨ ਲੱਗ ਜਾਂਦੀਆਂ। ਨੀਚ ਕੁਲਾ ਜੋ ਲਾਹਰੋ, ਹੋਇਓ ਗੁਣੀ ਗਹੀਰਾ। ਇੱਕ ਨੀਚ ਕੁਲ 'ਚ ਜਨਮ ਲੈਣ ਵਾਲੇ ਭਗਤ ਕਬੀਰ ਜੀ ਗੁਣੀ ਗਹੀਰ ਹੋ ਗਏ। ਦੁਨੀਆ ਅੱਜ ਉਹਨਾਂ ਨੂੰ ਜਾਣਦੀ ਹੈ। ਵਿਹਾਰਿਕ ਤੌਰ 'ਤੇ ਉਹ ਪੜ੍ਹੇ ਨਹੀਂ ਹਨ, ਪਰ ਪੜ੍ਹੇ ਲਿਖਿਆਂ ਤੋਂ ਬੜੀ ਅੱਗੇ ਨੇ। ਵਿਹਾਰਿਕ ਤੌਰ 'ਤੇ ਕੋਈ ਉਹਨਾਂ ਦੇ ਕੋਲ ਡਿਗਰੀ ਨਹੀਂ ਹੈ, ਪਰ ਡਿਗਰੀਆਂ ਵਾਲੀਆਂ ਤੋਂ ਬਹੁਤ ਅਗਾਂਹ ਦੀਆਂ ਗੱਲਾਂ ਨੇ। ਸ਼ਾਇਦ ਉੱਥੋਂ ਤਾਈਂ ਮਨੁੱਖ ਸਮਝ ਕੇ ਜ਼ਿੰਦਗੀ 'ਚ ਪਹੁੰਚ ਹੀ ਨਾ ਸਕੇ। ਜਿਹੜੇ ਰਸ ਨੂੰ ਉਹਨਾਂ ਨੇ ਪ੍ਰਾਪਤ ਕਰ ਲਿਆ, ਜਿਹੜੇ ਆਨੰਦ ਦੇ ਵਿੱਚ ਉਹ ਪਹੁੰਚ ਗਏ ਨੇ, ਸ਼ਾਇਦ ਉਸ ਆਨੰਦ ਦੇ ਵਿੱਚ ਮਨੁੱਖ ਸਾਰੀ ਉਮਰ ਹੀ ਨਾ ਪਹੁੰਚ ਸਕੇ। ਮਹਾਰਾਜ ਕਹਿੰਦੇ ਸਤ ਸੰਗਤ ਕਰਨੀ ਚਾਹੀਦੀ ਹੈ। ਸਤ ਸੰਗਤ ਐਸੀ ਚੀਜ਼ ਹੈ, ਸਾਧ ਸੰਗਤ ਇੱਕ ਕਿਸ਼ਤੀ ਹੁੰਦੀ ਹੈ, ਇੱਕ ਲੋਹਾ ਲਓ, ਲੋਹੇ ਨੂੰ ਚੁੱਕ ਕੇ ਪਾਣੀ ਵਿੱਚ ਸੁੱਟ ਦਿਓ, ਲੋਹਾ ਡੁੱਬ ਜਾਏਗਾ। ਪਰ ਉਸੇ ਲੋਹੇ ਨੂੰ ਜਦੋਂ ਬੇੜੀ ਤੇ ਲਾਇਆ ਜਾਂਦਾ ਹੈ, ਕਿੱਲਾਂ ਹੁੰਦੀਆਂ ਨੇ, ਕਿੱਲ ਲੋਹੇ ਦੀ ਕਿੱਡੀ ਛੋਟੀ ਜਿਹੀ ਹੁੰਦੀ ਹੈ, ਟੁੱਟ ਜਾਂਦੀ ਹੈ, ਡਿੱਗ ਪਾਣੀ ਦੇ ਵਿੱਚ ਪਾਉਂਦੇ ਆ, ਡੁੱਬ ਜਾਂਦੀ ਹੈ। ਉਹੀ ਕਿੱਲ ਨੂੰ, ਮੇਖ ਨੂੰ ਚੁੱਕ ਕੇ ਜਦੋਂ ਬੇੜੀ ਵਿੱਚ ਲਾਇਆ ਜਾਂਦਾ ਹੈ, ਲੋਹੇ ਦੀ ਵਿੱਚ ਉਹਦੇ ਪੱਤੀਆਂ ਲਾਈਆਂ ਜਾਂਦੀਆਂ ਨੇ, ਉਹੀ ਲੋਹਾ ਪਾਣੀ ਵਿੱਚ ਤੈਰ ਜਾਂਦਾ ਹੈ। ਸਿਰਫ ਕਾਰਨ ਕੀ ਹੈ? ਸੰਗਤ ਦਾ। ਉਸ ਨੇ ਲੋਹੇ ਨੇ ਸੰਗਤ ਕਰ ਲਈ ਹੈ ਲੱਕੜ ਦੀ, ਲੱਕੜ ਦੇ ਨੂੰ ਪਾਰ ਉਤਾਰ ਦਿੱਤਾ। ਇੱਕ ਜਹਾਜ਼ ਹੈ ਤੇ ਲੋਹਾ ਹੈ, ਉੱਤੇ ਸੁੱਟੀਏ ਜਹਾਜ਼ ਜਿਹੜਾ ਹੈ, ਲੋਹੇ ਨੂੰ ਉੱਤੇ ਸੁੱਟੀਏ ਡਿੱਗ ਜਾਂਦਾ ਥੱਲੇ। ਜਹਾਜ਼ ਕਿੰਨੇ ਹਜ਼ਾਰ ਕਿਲੋਮੀਟਰ ਤੁਰਿਆ ਫਿਰਦਾ ਹੈ, ਸਿਰਫ ਉਹਦੇ ਵਿੱਚ ਇੰਧਨ ਹੈ, ਅੱਗ ਹੈ ਉਹਦੇ ਵਿੱਚ,
ਸੰਗਤ ਕਰ ਰਿਹਾ, ਲੋਹਾ ਅੱਗ ਦੀ ਇੰਜਨ ਬਣਾ ਰਿਹਾ, ਹਜ਼ਾਰਾਂ ਕਿਲੋਮੀਟਰ ਜਹਾਜ਼ ਤੁਰਿਆ ਫਿਰਦਾ। ਜਿਵੇਂ ਇੱਕ ਲੱਕੜ ਦੀ ਸੰਗਤ ਕਰਕੇ ਲੋਹਾ ਵੀ ਤਰ ਜਾਂਦਾ ਹੈ, ਐਵੇਂ ਬਾਣੀ ਕਹਿੰਦੀ ਹੈ ਚੰਦਨ ਦਾ ਬਾਗ ਹੋਏ। ਚੰਦਨ ਦੇ ਬਾਗ ਦੇ ਅੰਦਰ ਜਿਹੜੇ ਦੂਜੇ ਦਰਖਤ ਨੇ ਉਹਨਾਂ ਅੰਦਰ ਖੁਸ਼ਬੂ ਨਹੀਂ ਹੈ, ਸਿਰਫ ਚੰਦਨ ਅੰਦਰ ਇੱਕ ਸੁਗੰਧੀ ਹੈ। ਪਰ ਜਿਹੜੇ ਉਹਦੇ ਕੋਲ ਰਹਿੰਦੇ ਨੇ ਚੰਦਨ ਦੀ ਸੁਗੰਧੀ ਕਰਕੇ ਉਹ ਵੀ ਸੁਗੰਧ ਦੇਣ ਲੱਗ ਜਾਂਦੇ ਨੇ। ਹੋਏ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਜਿਹੜੇ ਚੰਦਨ ਦੇ ਕੋਲ ਰਹਿੰਦੇ ਨੇ ਉਹ ਵੀ ਚੰਦਨ ਵਰਗੀ ਹੋ ਜਾਂਦੇ ਨੇ। ਬਾਣੀ ਇਵੇਂ ਕਹਿੰਦੀ, ਪਾਰਸ ਮਾਨੋ ਤਾਂਬੋ ਛੂ ਹੋ, ਕਨਕ ਹੋਤ ਨਹੀਂ ਬਾਹਰ। ਇਵੇਂ ਹੀ ਤਾਂਬੇ ਨੂੰ, ਲੋਹੇ ਨੂੰ, ਪਾਰਸ ਪੱਥਰ ਦੀ ਸ਼ੋਅ ਪ੍ਰਾਪਤ ਹੋ ਜਾਏ, ਸੋਨਾ ਬਣ ਜਾਂਦਾ ਹੈ। ਇਵੇਂ ਮਨੁੱਖ ਹੈ ਜਿਹੜਾ, ਇਹਦੇ ਅੰਦਰ ਸੰਭਾਵਨਾ ਹੈ, ਇਹ ਪਰਮੇਸ਼ਰ ਦਾ ਰੂਪ ਬਣ ਸਕਦਾ ਹੈ। ਸੰਭਾਵਨਾ ਹੈ, ਇਹ ਉੱਤੇ ਨੂੰ ਵੀ ਜਾ ਸਕਦਾ ਹੈ, ਥੱਲੇ ਨੂੰ ਵੀ ਜਾ ਸਕਦਾ ਹੈ। ਥੱਲੇ ਨੂੰ ਜਾਏਗਾ, ਸਭ ਤੋਂ ਉੱਤਮ ਪਦਵੀ ਰਾਖਸ਼ਸ ਹੈ ਜੇ ਮਨੁੱਖ ਥੱਲੇ ਨੂੰ ਜਾਏ। ਉੱਤੇ ਨੂੰ ਜਾਏ, ਸਰਵੋਤਮ ਪਦਵੀ ਪਰਮੇਸ਼ਰ ਦਾ ਰੂਪ ਹੈ। ਮਨੁੱਖ ਪਰਮੇਸ਼ਰ ਦਾ ਰੂਪ ਵੀ ਬਣ ਸਕਦਾ ਹੈ, ਕਾਮ ਦਾ ਰੂਪ ਵੀ ਬਣ ਸਕਦਾ। ਦੋਵੇਂ ਸੰਭਾਵਨਾਵਾਂ ਇਹਦੇ ਵਿੱਚ ਜੁੜੀਆਂ ਹੋਈਆਂ ਨੇ। ਪਰ ਇਹ ਦੋਵੇਂ ਚੀਜ਼ਾਂ ਜ਼ਿਆਦਾ ਫਰਕ ਪਾਉਂਦੀਆਂ ਨੇ ਮਨੁੱਖ ਦੀ ਸੰਗਤ ਕੈਸੀ ਹੈ। ਇੱਕ ਵਾਰੀ ਇੱਕ ਰਾਜੇ ਦੇ ਦਰਬਾਰ ਵਿੱਚ ਦੋ ਤੋਤੇ ਵੇਚਣ ਵਾਲਾ ਆ ਗਿਆ। ਉਹ ਕਹਿੰਦਾ ਹੈ ਇਹ ਦੋਵੇਂ ਭਰਾ ਨੇ। ਕਹਿੰਦੇ ਚਲੋ ਠੀਕ ਹੈ। ਇੱਕ ਨੇ ਆਉਂਦੇ ਹੀ ਰਾਮ ਰਾਮ ਬੁਲਾਈ, ਦੂਜਾ ਗਾਲਾਂ ਕੱਢਦਾ ਹੈ। ਕਹਿੰਦੇ ਹੈ ਤੇ ਭਰਾ ਨੇ, ਇੱਕ ਰਾਮ ਰਾਮ ਕਰਦਾ ਹੈ, ਦੂਜਾ ਗਾਲਾਂ ਕੱਢਦਾ ਹੈ, ਇਹਦਾ ਕਾਰਨ ਕੀ ਹੈ? ਕਹਿੰਦੇ ਰਾਜਾ, ਜਿਸਮਾਨੀ ਤੌਰ ਤੇ ਭਰਾ ਨੇ ਇਹ ਗਾਲਾਂ ਕੱਢਦਾ ਹੈ, ਦੂਜਾ ਰਾਮ ਰਾਮ ਕਰਦਾ ਹੈ, ਇਹਨਾਂ ਦਾ ਫਰਕ ਇਹਨਾਂ ਦੀ ਸੰਗਤ ਕਰਕੇ ਹੈ। ਇੱਕ ਰਾਜੇ ਦੀ ਕੁਟੀਆ ਵਿੱਚ ਰਿਹਾ ਹੈ, ਉੱਥੇ ਰੱਬ ਦੀਆਂ ਗੱਲਾਂ ਚੱਲਦੀਆਂ ਸਨ, ਇਹ ਰੱਬ ਵਰਗਾ ਬਣ ਗਿਆ ਹੈ। ਇਹ ਦੂਜਾ ਜਾ ਕੇ ਚੋਰਾਂ ਦੀਆਂ ਜਿੱਥੇ ਸੰਗਤ ਹੁੰਦੀਆਂ ਸੀ, ਜਿੱਥੇ ਐਸੇ ਲੋਕ ਮਨਮੁਖ ਲੋਕ ਬਹਿੰਦੇ ਸੀ, ਗਾਲਾਂ ਕੱਢਦੇ ਸੀ, ਇਹ ਉਹਨਾਂ ਨਾਲ ਰਿਹਾ ਹੈ, ਇਹ ਗਾਲਾਂ ਕੱਢਣ ਲੱਗ ਗਿਆ। ਫਰਕ ਸੰਗਤ ਦਾ ਹੈ। ਸਿਰਫ ਸੰਗਤ ਦੇ ਵਿੱਚ ਆਉਣਾ ਹੈ, ਬਾਕੀ ਕੰਮ ਸੰਗਤ ਆਪਣੇ ਆਪ ਹੀ ਕਰ ਦਿੰਦੀ ਹੈ। ਗੁਰੂ ਦੀ ਸੰਗਤ ਏਡੀ ਮਹਾਨ ਹੈ। ਸਿਰਫ ਆ ਕੇ ਬੈਠਣਾ ਹੈ, ਚੰਦਨ ਦੇ ਬਾਗ ਵਿੱਚ ਜਾ ਕੇ ਦਰਖਤ ਉਗਾਉਣ ਦੀ ਲੋੜ ਹੈ, ਉਹਨੂੰ ਸੁਗੰਧਿਤ ਕਰਨ ਦੀ ਲੋੜ ਨਹੀਂ, ਸੁਗੰਧਿਤ ਆਪਣੇ ਆਪ ਹੋ ਜਾਏਗਾ। ਮਹਾਰਾਜ ਉਹਨਾਂ ਨੂੰ ਕਹਿੰਦੇ ਸਤ ਸੰਗਤ ਕਰੋ। ਸਤ ਸੰਗਤ ਮੈਲ ਨੂੰ ਦੂਰ ਕਰਦੀ ਹੈ। ਮੈਲ ਹੁਣ ਕੱਪੜਿਆਂ ਨੂੰ ਤੇ ਲੱਗੀ ਨਹੀਂ ਹੋਈ, ਔਰ ਕੱਪੜਿਆਂ ਦੀ ਮੈਲ ਧੋਣ ਵਾਸਤੇ ਦੁਨੀਆ ਵਿੱਚ ਅੱਜ ਬੜੇ ਉਪਰਾਲੇ ਨੇ। ਪਹਿਲਾਂ ਹੱਥਾਂ ਨਾਲ ਧੁੱਪਦੀਆਂ ਸੀ, ਹੁਣ ਤੇ ਮਸ਼ਹੂਰੀ ਆਉਂਦੀ ਹੈ ਟੀਵੀਆਂ 'ਚ, ਆਹ ਸਰਫ ਵਰਤੋ, ਇਹ ਬਹੁਤ ਵਧੀਆ ਹੈ। ਗੁਰੂ ਮਹਾਰਾਜ ਜੀ ਬੜੀ ਵਾਰੀ ਅਸ਼ਟਪਦੀਆਂ, ਦੋ ਅਸ਼ਟਪਦੀਆਂ ਸੁਖਮਣੀ ਸਾਹਿਬ ਦੀ ਇੱਕ ਹੀ ਗੱਲ ਕਰ ਰਹੇ ਨੇ, ਇੱਕ ਹੀ ਮਸ਼ਹੂਰੀ ਕਰ ਰਹੇ ਨੇ, ਨਾਮ ਜਪੋ ਬਸ, ਇਹ ਮੈਲ ਨੂੰ ਲਾ ਦੇਗਾ। ਔਰ ਮਹਾਰਾਜ ਨੇ ਇਹ ਉਦਾਹਰਣ ਗੁਰਬਾਣੀ ਵਿੱਚ ਦਿੱਤਾ ਹੈ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉੱਤਰ ਸੁਕੇ। ਮੂਤ ਪਲੀਤੀ ਕੱਪੜ ਹੋਏ, ਕੱਪੜੇ ਜੇ ਭੇਜ ਜਾਣ ਮੈਲ ਦੇ ਨਾਲ। ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ। ਸਾਬਣ ਲੈ ਕੇ ਉਹਨੂੰ ਧੋ ਲਓ। ਕੱਪੜੇ ਵੀ ਧੋਣ ਦਾ ਪਤਾ ਦੱਸ ਦਿੱਤਾ ਮਹਾਰਾਜ ਨੇ, ਸਰੀਰ ਧੋਣ ਦਾ ਵੀ ਦੱਸ ਦਿੱਤਾ। ਕਹਿੰਦੇ ਇਹ ਤੇ ਧੁੱਪ ਜਾਣਗੇ, ਇਹ ਸਾਰੇ ਹੀ ਧੋ ਲੈਂਦੇ ਨੇ। ਪਰ ਕੋਈ ਮਨੁੱਖ ਕਈ ਵਾਰੀ ਸਰੀਰਿਕ ਤਲ ਤੋਂ, ਮਾਨਸਿਕ ਤਲ ਤੋਂ ਇੰਨੇ ਡੁੱਗੇ ਹੁੰਦੇ ਨੇ, ਪਾਗਲ ਹੋ ਜਾਂਦੇ ਨੇ, ਉਹਨਾਂ ਨੂੰ ਸ਼ਾਇਦ ਸਰੀਰ ਧੋਣ ਦਾ ਵੀ ਨਹੀਂ ਪਤਾ ਲੱਗਦਾ। ਪਰ ਮਹਾਰਾਜ ਅੱਗੇ ਦੱਸਦੇ ਨੇ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਨਾਮ ਤੋਂ ਬਿਨਾਂ ਨਹੀਂ ਧੁੱਪਦਾ। ਜਦੋਂ ਤਾਈਂ ਆਪਣੀ ਰਸਨਾ ਦੁਆਰਾ ਨਾਮ ਨਹੀਂ ਜਪਿਆ, ਉਦੋਂ ਤਾਈਂ ਨਹੀਂ ਧੁੱਪੇਗਾ। ਇਹ ਮਹਾਰਾਜ ਦਾ ਬਚਨ ਹੈ। ਔਰ ਐਸਾ ਨਹੀਂ ਹੈ ਕਿਸੇ ਇੱਕ ਮਨੁੱਖ ਦਾ ਮਨ ਮੈਲਾ ਹੈ, ਮਨੁੱਖ ਜੰਮਿਆ ਹੀ ਮੈਲਾ ਹੈ। ਜਿਸ ਦਿਨ ਦਾ ਜਨਮ ਹੋਇਆ ਮੈਲ ਸੀ ਤਾਂ ਹੀ ਤੇ ਜਨਮ ਹੋਇਆ। ਜੇ ਮੈਲ ਨਾ ਹੁੰਦੀ, ਪਾਪ ਨਾ ਹੁੰਦੇ, ਜਨਮ ਹੁੰਦਾ ਹੀ ਨਾ, ਫਿਰ ਤੇ ਮੁਕਤ ਹੋ ਗਿਆ।
ਮਨੁੱਖ ਜਨਮਿਆ ਹੀ ਪਾਪ ਲੈ ਕੇ ਹੈ। ਇਹ ਜਨਮ ਪਾਪਾਂ ਨੂੰ ਦੂਰ ਕਰਨ ਵਾਸਤੇ ਮਿਲਿਆ, ਹੋਰ ਕੁਛ ਨਹੀਂ। ਪਰ ਇਹ ਮਹਾਰਾਜ ਕਹਿੰਦੇ ਮਿਲਿਆ ਤੇ ਦੂਰ ਕਰਨ ਵਾਸਤੇ ਸੀ, ਇਹ ਤੇ ਹੋਰ ਕਮਾਉਣ ਲੱਗ ਪਿਆ ਬਹਿ ਕੇ ਇੱਥੇ। ਇਸ ਜਨਮ ਦੇ ਵਿੱਚ ਤੇ ਦੂਰ ਕਰਨੇ ਸੀ, ਕਿਸੇ ਨੂੰ ਸੁੱਖ ਦੇਣਾ ਸੀ, ਈਰਖਾ ਛੱਡਣੀ ਸੀ, ਦਵੈਸ਼ ਛੱਡਣਾ ਸੀ, ਮਿੱਠਾ ਬੋਲਣਾ ਸੀ। ਇਹ ਤੇ ਹੋਰ ਪਸ਼ੂ ਬਿਰਤੀ ਲੈ ਗਿਆ ਇੱਥੇ। ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਓ। ਅੱਜ ਦੀ ਨਹੀਂ, ਜਨਮਾਂ ਜਨਮਾਂ ਦੀ ਇਸ ਨੂੰ ਮੈਲ ਲੱਗੀ ਹੋਈ ਹੈ, ਕਾਲਾ ਸਿਆਹ ਹੋਇਆ ਪਿਆ। ਇਹ ਜਨਮ ਮਿਲਿਆ ਸੀ, ਕਿਤੇ ਜਨਮਾਂ ਦੀ ਮੈਲ ਧੁੱਪ ਜਾਂਦੀ, ਕਿਤੇ ਜਨਮਾਂ ਦੇ ਕਲ ਕਲੇਸ਼ ਦੂਰ ਹੋ ਜਾਂਦੇ। ਮਹਾਰਾਜ ਇਹਦਾ ਇੱਕ ਹੀ ਉਪਰਾਲਾ ਦੱਸਦੇ ਨੇ, ਸਤ ਸੰਗਤ। ਉਹਨਾਂ ਨੂੰ ਉਪਦੇਸ਼ ਕਰ ਰਹੇ ਨੇ, ਭਾਈ ਸਤ ਸੰਗਤ ਕਰੋ, ਮੈਲ ਦੀ ਨਿਰਵਿਰਤੀ ਹੋ ਜਾਏਗੀ। ਇੱਕ ਪਾਦਾ ਬੁੱਲਾ ਜਿਸ ਨਾਮੋ ਠਾਨ ਆਇਓ ਗੁਰ ਸ਼ਾਮ। ਇੱਕ ਬ੍ਰਾਹਮਣ ਕੁਲ ਦਾ ਪਾਦਾ ਹੈ, ਪੰਡਤ ਜੀ ਹਨ, ਉਹਦਾ ਨਾਮ ਹੈ ਬੁੱਲਾ। ਉਹ ਮਹਾਰਾਜ ਜੀ ਦੇ ਕੋਲ ਆਇਆ, ਕਹਿੰਦਾ ਮਹਾਰਾਜ ਮੈਨੂੰ ਵੀ ਕਲਿਆਣਤਾ ਦੀ ਲੋੜ ਹੈ, ਮੈਨੂੰ ਉਪਦੇਸ਼ ਦੱਸੋ ਮੇਰਾ ਕਲਿਆਣ ਕਿਵੇਂ ਹੋਵੇ। ਕਹਿਤ ਭਇਓ ਸੇਵਾ ਨ ਹੋਏ, ਜਿਤ ਕੋ ਜਾਨ ਕਰਾਏ ਨ ਹੋਏ। ਕਹਿੰਦਾ ਮਹਾਰਾਜ ਮੇਰੇ ਤੋਂ ਸੇਵਾ ਤੇ ਨਹੀਂ ਹੁੰਦੀ, ਕਿਉਂਕਿ ਮੇਰੀ ਜਿਹੜੀ ਜਾਤ ਗੋਤ ਹੈ ਉਹ ਬ੍ਰਾਹਮਣ ਹੈ, ਤੇ ਬ੍ਰਾਹਮਣ ਸੋਚ ਕੇ ਮੈਨੂੰ ਕੋਈ ਸੇਵਾ ਕਰਨ ਵੀ ਨਹੀਂ ਦਿੰਦਾ। ਜਿਹੜਾ ਕੰਮ ਮੈਂ ਕਰਦਾ ਨਾਲੋਂ ਨਾਲ ਸੰਗਤ ਕਹਿ ਦਿੰਦੀ ਹੈ ਨਹੀਂ ਅਸੀਂ ਕਰਦੇ। ਜਿਵੇਂ ਅੱਜ ਜਿਹੜੇ ਕੋਈ ਮਹਾਂਪੁਰਖ ਬਾਬਾ ਜੀ ਹੁੰਦੇ ਨੇ, ਉਹ ਸੇਵਾ ਕਰਨ ਲੱਗਦੇ ਨੇ, ਸੰਗਤ ਕਹਿੰਦੀ ਨਹੀਂ ਬਰਤਨ ਵੀ ਅਸੀਂ ਧੋ ਲੈਂਦੇ ਹਾਂ। ਹੁਣ ਉਹਨਾਂ ਨੇ ਵੀ ਤਾਂ ਕੁਛ ਨਾ ਕੁਛ ਕਰਨਾ ਹੀ ਹੈ, ਵੀ ਉਹਨਾਂ ਦਾ ਕਲਿਆਣ ਹੋਏ। ਸੇਵਾ ਤੇ ਹੋਰ ਨਹੀਂ ਕਰ ਸਕਦੇ, ਕਿਉਂਕਿ ਸੰਗਤ ਕਰਨ ਨਹੀਂ ਦਿੰਦੀ। ਇਸ ਕਰਕੇ ਉਹ ਮਹਾਰਾਜ ਜੀ ਨੂੰ ਸਵਾਲ ਪੁੱਛਦਾ, ਮਹਾਰਾਜ ਸਾਡਾ ਭਲਾ ਕਿਵੇਂ ਹੋਏਗਾ? ਇਸ ਕਰਕੇ ਸਾਨੂੰ ਵੀ ਕੋਈ ਢੰਗ ਤਰੀਕਾ ਦੱਸੋ। ਜਿਸ ਪ੍ਰਕਾਰ ਹੋਏ ਮਮ ਕਲਿਆਣ, ਕਰੋ ਆਪ ਉਪਦੇਸ਼ ਬਖਾਨ। ਜਿਸ ਤਰੀਕੇ ਨਾਲ ਸਾਡਾ ਕਲਿਆਣ ਹੋਏ, ਸਾਨੂੰ ਉਪਦੇਸ਼ ਦੇਵੋ, ਅਸੀਂ ਇਹ ਭਵ ਸਾਗਰ ਤੋਂ ਪਾਰ ਹੋ ਜਾਈਏ। ਕਰਿਓ ਬਚਨ ਪਟ ਸਤਿਗੁਰ ਬਾਣੀ, ਕੀਜੈ ਕਥਾ ਪ੍ਰੇਮ ਕੋ ਠਾਨੀ। ਮਹਾਰਾਜ ਜੀ ਕਹਿੰਦੇ ਨੇ ਇੱਕ ਤੇ ਪਰਮੇਸ਼ਰ ਦੀ ਬਾਣੀ ਪੜੋ, ਗੁਰੂ ਦੀ ਬਾਣੀ ਪੜੋ। ਉਹ ਬਾਣੀ ਪੜੋ ਜਿਹੜੀ ਸੱਚੀ ਹੈ, ਜਿਹੜੀ ਮਨੁੱਖ ਨੂੰ ਸੱਚ ਦੇ ਕੋਲ ਲੈ ਜਾਂਦੀ ਹੈ। ਕੁਝ ਐਸੀ ਬਾਣੀਆਂ ਵੀ ਹੁੰਦੀਆਂ ਨੇ, ਬਾਣੀ ਦਾ ਮਤਲਬ ਹੈ ਆਵਾਜ਼। ਕੁਝ ਐਸੀਆਂ ਆਵਾਜ਼ਾਂ ਵੀ ਹੁੰਦੀਆਂ ਨੇ ਜਿਹੜੀਆਂ ਮਨੁੱਖ ਨੂੰ ਰਾਖਸ਼ ਬਣਾ ਦਿੰਦੀਆਂ ਨੇ, ਕ੍ਰੋਧੀ ਬਣਾ ਦਿੰਦੀਆਂ ਨੇ। ਕਈ ਗੀਤ ਐਸੇ ਨੇ ਜਿਹੜੇ ਮਨੁੱਖ ਨੂੰ ਦੁਬਾਰਾ ਹੰਕਾਰੀ ਬਣਾ ਦਿੰਦੇ ਨੇ, ਕ੍ਰੋਧੀ ਬਣਾ ਦਿੰਦੇ ਨੇ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਹੈ, हे परमात्मा एक किरपा करी, बाकी तो तू करेगा ही। एक किरपा करी, मेरे कन्ना विच ऐसी बाणी ना पाई जिहड़ी मैनू क्रोधी बनाए, हंकारी बनाए। क्यों? हंकार ने मैनू बड़ी दूर ले जाना है। बड़ी मुश्किल दे नाल ये जन्म मिले, बहुत मुश्किल। कई बारी आप जी नू ये बेनती की है, साध संगत, जिस दिन मनुख नूं ये पता लगेगा ये जन्म प्राप्त करने वास्ते मैं कितनी मेहनत की है, शायद दोबारा फिर जिंदगी दे विच ये गंभीरता तो दूर नहीं हो पाएगा, बहुत गंभीर हो जाएगा। शायद ये गुरबाणी नूं छड्डे ही ना। हजे इस नूं इवें लगदा है, क्यों? बहुत मैल जम गई है अगे, मन दे अगे इन्नी मैल जम गई है, सोचण दा समा ही नहीं दिंदी। एक मैनू पूछ रहे थे, कहते गुरबाणी सुनी दी तो है, अज तई अंदर आई नहीं, ना कोई पंक्ति याद होंदी है, ना कोई समझ आउंदी है, अंदर वसदी नहीं। इसका कारण की है? महाराज की किरपा नाल सह सुभाई मैनूं गल याद आई भी एक कमरा होए, उहदे विच बड़ा ज़्यादा रौला पैंदे होण, कई मनुख बैठे होण, बड़ा ज़्यादा रौला पै रहा होए, तो बाहरों कोई आवाज़ा मारदा रहे, अंदर आवाज़ा सुननगियां? आउंदा नहीं। क्यों? कारण की है? इन्हें रौला बड़ा है। बस यही कारण है। अंदर काम ने, क्रोध ने, हंकार ने, रौला ही मन दे विच इन्ना पाया होया है, बाहर दी गुरु की आवाज़ अंदर तक पहुँचती नहीं, उहदे रौला ही इन्ना है। अंदर रौला ही इन्ना पै रहा है,
ਕਿਸੇ ਨੂੰ ਵੇਖ ਕੇ ਪਤਾ ਨਹੀਂ ਕਿਹਦੀ ਨਿੰਦਿਆ, ਕਿਹਦੀ ਚੁਗਲੀ ਅੰਦਰ ਇੰਨੀ ਇਕੱਠੀ ਹੋ ਗਈ ਹੈ, ਉਹ ਗੁਰੂ ਦੀ ਬਾਣੀ ਤੇ ਉੱਥੋਂ ਤਾਈਂ ਜਾਣ ਹੀ ਨਹੀਂ ਦਿੰਦੀ। ਨਾਮ ਜਪਦਾ ਹੈ, ਨਾਮ ਜਪਦਿਆਂ ਵੀ ਉਹ ਰੋਲਾ ਫਿਰ ਸ਼ੁਰੂ ਹੋ ਜਾਂਦਾ ਹੈ, ਅੰਦਰ ਬੈਠਦਾ ਹੈ, 20-25 ਮਿੰਟ ਲਾਉਂਦਾ ਹੈ, ਸਾਰਾ ਰੋਲੇ ਵਿੱਚ ਹੀ ਨਿਕਲ ਜਾਂਦਾ ਹੈ, ਸਭ ਕੁਝ ਰੋਲੇ ਵਿੱਚ। ਜਿਸ ਦਿਨ ਕਿਤੇ ਇਹ ਰੋਲਾ ਖਤਮ ਹੋਏਗਾ, ਜਿਸ ਦਿਨ ਇਹ ਸ਼ੋਰ ਸ਼ਰਾਬਾ ਖਤਮ ਹੋਏਗਾ, ਫਿਰ ਕਿਤੇ ਜਾ ਕੇ ਗੁਰੂ ਦੇ ਕੋਈ ਸ਼ਬਦ ਅੰਦਰ ਵੜਦੇ ਨੇ। ਪਰ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਇਹਨੂੰ, ਵਸਤੂ ਅੰਦਰ ਵਸਤ ਸਮਾਵੈ ਜੇ ਦੂਜੀ ਹੋਵੇ ਪਾਸ। ਕਿਸੇ ਚੀਜ਼ ਦੇ ਅੰਦਰ, ਜੇ ਫਰਿੱਜ ਹੈ ਉਹਦੇ ਅੰਦਰ ਕੋਈ ਚੀਜ਼ ਪਾਣੀ ਹੈ, ਜੇ ਪਹਿਲਾਂ ਹੀ ਉਹ ਭਰਿਆ ਹੋਇਆ ਉਹਦੇ ਅੰਦਰ ਹੋਰ ਕੀ ਜਾਏਗਾ? ਕੁਝ ਵੀ ਨਹੀਂ। ਪਹਿਲਾਂ ਉਹਦੇ ਵਿੱਚੋਂ ਕੁਝ ਕੱਢਣਾ ਪੈਂਦਾ, ਫੇਰ ਹੀ ਤੇ ਦੂਜੀ ਪਏਗੀ। ਮਹਾਰਾਜ ਕਹਿੰਦੇ ਪਹਿਲਾਂ ਕੁਝ ਕੱਢਣਾ ਪਏਗਾ ਅੰਦਰੋਂ। ਉਹ ਕੀ ਕੱਢਣਾ ਹੈ? ਭਾਵਨਾਵਾਂ ਕੱਢਣੀਆਂ, ਜਿਹੜੇ ਮਾੜੇ ਭਾਵ ਨੇ ਉਹ ਬਾਹਰ ਕੱਢਣੇ ਨੇ। ਉਹ ਜਿਹੜੇ ਜਗਿਆਸੂ ਨਾਮ ਜਪਦੇ ਨੇ, ਸ਼ਾਇਦ ਉਹਨਾਂ ਦੀ ਪਕੜ ਵਿੱਚ ਕਦੀ ਚੀਜ਼ ਆ ਗਈ ਹੋਏ। ਜਿਉਂ-ਜਿਉਂ ਅਸੀਂ ਨਾਮ ਜਪਦੇ ਹਾਂ, ਕਈ ਵਾਰੀ ਬਹੁਤ ਮਾੜੇ ਤੋਂ ਮਾੜੇ ਵਿਚਾਰ ਵੇਖਣ ਵਿੱਚ ਅੱਖਾਂ ਬੰਦ ਨੇ, ਸਾਹਮਣੇ ਆਉਂਦੇ ਨੇ। ਫਿਰ ਮਨੁੱਖ ਕਈ ਵਾਰੀ ਡਰ ਵੀ ਜਾਂਦਾ ਹੈ, ਮੈਨੂੰ ਤੇ ਮਾੜੇ ਵਿਚਾਰ ਆਉਣੇ ਸ਼ੁਰੂ ਹੋ ਗਏ ਨੇ, ਮੈਂ ਨਾਮ ਜਪਦਾ। ਆ ਨਹੀਂ ਰਹੇ ਹਨ। ਅੱਜ ਪਤਾ ਅੱਜ ਲੱਗਿਆ ਵੀ ਮੇਰੇ ਅੰਦਰ ਮਾੜੇ ਵੀ ਹੈਗੇ ਨੇ। ਬਸ ਗੱਲ ਹੀ ਨਹੀਂ। ਆਏ ਕਿੱਥੋਂ ਨੇ? ਅੱਖਾਂ ਤੇ ਬੰਦ ਨੇ। 80% ਵਿਚਾਰ ਤੇ ਅੱਖਾਂ ਵੇਖ ਕੇ ਆਉਣੇ ਨੇ, ਅੱਖਾਂ ਬੰਦ ਨੇ। ਆਏ ਕਿੱਥੋਂ ਨੇ? ਅੰਦਰ ਹੈਗੇ ਨੇ। ਬਸ ਬੰਦਗੀ ਕਰਕੇ ਅੱਜ ਪਤਾ ਲੱਗਿਆ ਵੀ ਮੇਰੇ ਅੰਦਰ ਵੀ ਮਾੜੇ ਹੈਗੇ ਨੇ। ਸ਼ਾਇਦ ਕਿਸੇ ਮਨੁੱਖ ਨੂੰ ਕਰਮਾਂ ਵਾਲਾ ਹੈ, ਜਿਸ ਕਿਸੇ ਨੂੰ ਇਹ ਪਤਾ ਲੱਗ ਜਾਂਦਾ ਹੈ ਮੇਰੇ ਅੰਦਰ ਵੀ ਵਿਅਕਤੀਤਵ ਮਾੜਾ ਹੈ। ਹਰੇਕ ਕਿਸੇ ਨੂੰ ਨਹੀਂ ਇਹ ਪਤਾ ਲੱਗਦਾ। ਹੁਣ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਪੰਡਿਤ ਜੀ ਸੇਵਾ ਤੇ ਤੁਸੀਂ ਨਹੀਂ ਕਰ ਸਕਦੇ, ਤੁਸੀਂ ਗੁਰੂ ਦੀ ਬਾਣੀ ਪੜ੍ਹੋ ਤੇ ਕਥਾ ਤੇ ਤੁਸੀਂ ਕਰਦੇ ਹੀ ਹੋ। ਕਥਾ ਨੂੰ ਪ੍ਰੇਮ ਨਾਲ ਕਰੋ। ਪਰਮਾਤਮਾ ਦੀ ਜਿਹੜੀ ਗੱਲ ਦੱਸਣੀ ਹੈ ਬੜੇ ਪ੍ਰੇਮ ਨਾਲ ਦੱਸੋ, ਬੜੀ ਸ਼ਰਧਾ ਨਾਲ ਦੱਸੋ, ਬੜੇ ਸਤਿਕਾਰ ਨਾਲ ਦੱਸੋ। ਸਤ ਸੰਗਤ ਮਹਿ ਕਰੋ ਸੁਨਾਵਣ, ਗੁਰਮਤਿ ਸਿੱਖਣ ਕੋ ਸਿੱਖ ਵਾਰਨ। ਸਤ ਸੰਗਤ ਵਿੱਚ ਜਾ ਕੇ ਬਾਣੀ ਸੁਣਾਓ, ਚੰਗੇ ਚੰਗੇ ਬਚਨ ਸੁਣਾਓ। ਜਿਹੜੇ ਕੋਈ ਜਗਿਆਸੂ ਆਉਂਦੇ ਨੇ ਉਹਨਾਂ ਨੂੰ ਗੁਰਮਤਿ ਸਿਖਾਓ, ਰੱਬ ਦੇ ਰਸਤੇ ਤੇ ਲਾਓ, ਪਰਮੇਸ਼ਰ ਦੇ ਰਸਤੇ ਤੇ ਲਗਾਵੋ। ਪੋਥੀ ਲਿਖੋ ਸੁਫਲ ਗੁਰਬਾਣੀ, ਗੁਰ ਨਿਮਿਤ ਦੀਜੈ ਸਿੱਖ ਜਾਨੀ। ਪਹਿਲਾਂ ਛਾਪੇਖਾਨੇ ਨਹੀਂ ਸੀ ਹੁੰਦੇ। ਮਹਾਰਾਜ ਕਹਿੰਦੇ ਹੁਣ ਫਿਰ ਗੁਰਬਾਣੀ ਲਿਖੋ। ਇਹ ਵੀ ਬੜਾ ਵੱਡਾ ਕੰਮ ਹੈ। ਗੁਰਬਾਣੀ ਲਿਖ ਕੇ ਉਹਨੂੰ ਗੁਰੂ ਦੇ ਨਿਮਿਤ ਦੇਵੋ। ਕਿਸੇ ਨੂੰ ਮੈਂ ਨਹੀਂ ਲਿਖੀ, ਗੁਰੂ ਦੇ ਨਿਮਿਤ ਦੇ ਦੇਵੋ, ਗੁਰੂ ਦੇ ਅਰਥ ਦੇ ਦੇਵੋ। ਇਹ ਵੀ ਬਹੁਤ ਵੱਡੀ ਸੇਵਾ ਹੈ। ਜੇ ਕੋ ਆਪ ਦਰਬ ਦੇ ਜਾਏ, ਘਰ ਸੰਤੋਖ ਵਰਤਹਿ ਪਾਏ। ਹਾਂ, ਹੁਣ ਜੇ ਤੁਹਾਨੂੰ ਕੋਈ ਧਨ ਦੇ ਜਾਵੇ, ਕਿਉਂਕਿ ਮਿਹਨਤ ਨਹੀਂ ਕਰ ਰਹੇ, ਸਿਰਫ ਕਥਾ ਕਰਦੇ ਹੋ, ਕੀਰਤਨ ਕਰਦੇ ਹੋ, ਜੇ ਕੋਈ ਧਨ ਦੇ ਜਾਵੇ ਉਸ ਨੂੰ ਫਿਰ ਸੰਤੋਖ ਧਾਰਨ ਕਰਕੇ ਵਰਤਣਾ ਕਰੇ। ਨਹੀਂ ਆਪ ਜਾਚੋ ਕਿਸ ਪਾਸੀ, ਇਹ ਸੇਵਾ ਵੱਡ ਫਲ ਹੈ ਪ੍ਰਕਾਸ਼ੀ। ਨਹੀਂ ਤਾਂ ਆਪ ਜਾ ਕੇ ਕਿਸੇ ਪਾਸੋਂ ਮੰਗੋ। ਇਹ ਜਿਹੜੀ ਸੇਵਾ ਹੈ ਇਹ ਬਹੁਤ ਫਲਦਾਇਕ ਹੈ। ਡੱਲੇ ਬਾਸੀ ਸਿੱਖ ਸਮੁਦਾਏ, ਇੱਕ ਦਿਨ ਸਕਲ ਗੁਰੂ ਡਿਗ ਆਏ। ਇੱਥੇ ਮਹਾਰਾਜ ਇਹ ਵੀ ਕਹਿੰਦੇ ਨੇ, ਕੋਈ ਮਾਇਆ ਦੇ ਜਾਏ ਠੀਕ ਹੈ, ਨਹੀਂ ਤੇ ਆਪ ਨਹੀਂ ਕਿਸੇ ਤੋਂ ਜਾ ਕੇ ਮੰਗਣੀ। ਜੇ ਆਪ ਮੰਗਣੀ ਪੈ ਗਈ, ਜੇ ਕਿਤੇ ਪਰਮੇਸ਼ਰ ਦੀ ਗੱਲ ਕਰਨ ਵਾਲੇ ਨੂੰ ਵੀ ਮੰਗਣੀ ਪੈ ਗਈ, ਫਿਰ ਤੇ ਇਹ ਪਰਮੇਸ਼ਰ ਨੂੰ ਦਾਗ ਹੈ। ਸਾਧ ਸੰਗਤ ਇੱਕ ਗੱਲ ਹੈ, ਜਿੰਨੇ ਵੀ ਭਗਤ ਹੋਏ ਨੇ ਨਾ ਮਹਾਰਾਜ ਦੀ ਬਾਣੀ ਜਿਨ੍ਹਾਂ ਰਚਿਤ ਕੀਤੀ ਹੈ, ਉਹਨਾਂ ਇਹ ਕਿਹਾ ਹੈ ਰੱਬ ਦੀ ਬਾਣੀ ਪੜ੍ਹੋ, ਵੱਡੀਆਂ ਤੁਹਾਨੂੰ ਸਭ ਕੁਝ ਮਿਲ ਜਾਏਗਾ, ਵੱਡੇ ਮਹਿਲ ਮਨਾਰੇ ਮਿਲ ਜਾਣਗੇ। ਪਰ ਉਹਨਾਂ ਆਪ ਨਹੀਂ ਬਣਾਏ। ਰਾਹ ਜ਼ਰੂਰ ਦੱਸਿਆ, ਆਪ ਨਹੀਂ ਬਣਾਏ। ਉਹਨਾਂ ਇਹ ਜ਼ਰੂਰ ਦੱਸਿਆ ਇਹ ਫਲਦਾਇਕ ਹੈ, ਐਸਾ ਫਲ ਵੀ ਇਹ ਦੇ ਸਕਦਾ ਹੈ। ਰੱਬ ਦਾ ਨਾਂ ਤੁਹਾਨੂੰ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ, ਰੱਬ ਦਾ ਨਾਂ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਇਹ ਦੇ ਸਕਦਾ, ਪਰ ਉਹਨਾਂ ਮੰਗਿਆ ਨਹੀਂ ਹੈ। ਜਿੰਨਾ ਕੁ ਰੱਬ ਦਿੰਦਾ ਸੀ ਉਹਦੇ ਨਾਲ ਹੀ ਗੁਜ਼ਾਰਾ ਕੀਤਾ। ਇਹ ਨਹੀਂ ਕਿਹਾ, ਕਿਉਂਕਿ ਸ਼ਾਇਦ ਉਹਨਾਂ ਨੂੰ ਸੱਚਾਈ, ਉਹ ਸ਼ਾਇਦ ਨਹੀਂ ਪੱਕਾ ਹੀ ਉਹਨਾਂ ਨੂੰ ਸੱਚ ਦਾ ਗਿਆਨ ਹੋ ਗਿਆ ਸੀ। ਉਹਨਾਂ ਨੂੰ ਪਤਾ ਲੱਗ ਗਿਆ ਸੀ ਜਿੰਨਾ ਕੁ ਸਾਡੇ ਕੋਲ ਹੈ ਉਨਾ ਕੁ ਵਰਤ ਲਈਏ, ਜਿੰਨਾ ਕੁ ਹੈ ਉਹਦਾ ਵਰਤਾਵਾ ਕਰ ਲਈਏ,
ਵਾਧੂ ਜੋੜ ਕੇ ਕਰਨਾ ਕੀ ਹੈ। ਜਿੰਨਾ ਕੁ ਹੁੰਦਾ ਸੀ ਉਹ ਸੇਵਾ ਭਾਵ ਦੇ ਨਾਲ ਦੂਜੇ ਦੀ ਸੇਵਾ ਵਿੱਚ ਲਗਾ ਦਿੰਦੇ ਸੀ। ਕੱਲ ਵੀ ਅਸੀਂ ਉਦਾਹਰਣ ਲਿਆ ਸੀ ਮਧੂਮੱਖੀ ਦਾ। ਗੁਰਬਾਣੀ ਨੇ ਇਹ ਉਦਾਹਰਣ ਲਿਆ, 2-3 ਵਾਰੀ ਮਹਾਰਾਜ ਨੇ ਉਦਾਹਰਣ ਲਿਆ। ਜਿਵੇਂ ਸ਼ਹਿਦ ਦੀ ਮੱਖੀ ਹੈ, ਸ਼ਾਹਿਦ ਦੀ ਮੱਖੀ ਆਪਣੇ ਛੱਤੇ ਤੋਂ ਉੱਡ ਕੇ ਦੂਰ ਦੂਰ ਤੇ ਜਾਂਦੀ ਹੈ ਸ਼ਹਿਦ ਲੈਣ ਦੇ ਲਈ, ਲੈ ਕੇ ਆਪਣੇ ਸ਼ਹਿਦ ਵਿੱਚ ਇਕੱਠਾ ਕਰ ਲੈਂਦੀ, ਆਪ ਨਹੀਂ ਖਾਂਦੀ। ਇੱਕ ਦਿਨ ਆਉਂਦੇ ਨੇ ਸ਼ਹਿਦ ਤੋੜ ਕੇ ਲੈ ਜਾਣ, ਮੱਖੀ ਫੇਰ ਖਾਲੀ ਦੀ ਖਾਲੀ। ਐਵੇਂ ਮਨੁੱਖ ਵੀ ਆਪਣੇ ਸਵਾਸ ਗਵਾ ਕੇ ਪਰਪੰਚ ਕਰਕੇ ਧਨ ਲਿਆ ਕੇ ਜੋੜ ਲੈਂਦਾ ਹੈ, ਖਾਣ ਵਾਲੇ ਕੋਈ ਹੋਰ ਆ ਜਾਂਦੇ ਨੇ, ਇਹ ਫਿਰ ਖਾਲੀ ਦਾ ਖਾਲੀ, ਇਹਨੂੰ ਤਾਂ ਕੁਝ ਨਹੀਂ ਮਿਲਿਆ, ਇਹ ਖਾਲੀ ਦਾ ਖਾਲੀ ਚਲਾ ਜਾਂਦਾ। ਕਿਉਂਕਿ ਜਿਹੜੇ ਬੱਚੇ ਨੇ, ਮਹਾਰਾਜ ਬਾਣੀ ਕਹਿੰਦੇ ਨੇ, ਮਨਮੁਖ ਜਾਣੈ ਆਪਣੇ ਧੀਆਂ ਪੂਤ ਸੰਜੋਗ, ਇਹ ਤੇ ਸੰਜੋਗੀ ਮਿਲ ਏਕਟੇ ਵਿਜੋਗੀ ਉੱਠ ਜਾਏ। ਇਹ ਤੇ ਸੰਜੋਗ ਬਣਿਆ। ਜਿਹੜੇ ਅੱਜ ਕੋਈ ਕਿਸੇ ਦਾ ਮਾਂ ਹੈ, ਕਿਸੇ ਦਾ ਪਿਓ ਹੈ, ਕਿਸੇ ਪਿਛਲੇ ਜਨਮ 'ਚ ਉਹਦਾ ਪਿਓ ਹੈ, ਉਹਦਾ ਮਾਂ ਹੈ, ਇਹ ਕਿਸੇ ਨੂੰ ਕੀ ਪਤਾ। ਇਹ ਤੇ ਸਰੀਰ ਬਦਲਿਆ ਅਸੀਂ, ਜਿਹੜਾ ਇਹਦੇ ਅੰਦਰ ਚੱਲ ਰਿਹਾ ਉਹ ਉਹੀ ਹੈ, ਪੁਰਾਣਾ ਹੀ। ਇਹ ਤੇ ਐਵੇਂ ਕਹਿ ਲਈ ਇੰਜਨ ਬਦਲੇ, ਬੋਡੀ ਬਦਲੀ ਹੈ, ਇੰਜਨ ਪੁਰਾਣਾ ਹੀ ਹੈ। ਕਈ ਜਨਮਾਂ ਤੋਂ ਤੁਰਿਆ ਆ ਰਿਹਾ, ਬਸ ਬੋਡੀ ਬਦਲੀ ਜਾ ਰਹੀ ਹੈ, ਸਰੀਰ ਬਦਲਿਆ ਕਦੀ। ਪਰ ਇਹ ਨਹੀਂ ਜਿਹੜੇ ਕੋਲ ਹੁਣ ਪੁਰਸ਼ ਵਾਲਾ ਸਰੀਰ ਹੈ, ਪਿਛਲੇ ਜਨਮ 'ਚ ਵੀ ਪੁਰਸ਼ ਵਾਲਾ ਹੋਏਗਾ, ਇਹ ਕੋਈ ਪਤਾ ਨਹੀਂ ਹੈ ਕਿ ਉਹਦਾ ਪਿਛਲੇ ਜਨਮ 'ਚ ਇਸਤਰੀ ਵਾਲਾ ਹੋਏ। ਤਾਂ ਹੀ ਕਰਕੇ ਹਰੇਕ ਇਸਤਰੀ ਵਾਲੇ ਸਰੀਰ ਦੇ ਵਿੱਚ ਜਿਹੜੀ ਜੀਵ ਆਤਮਾ ਹੈ, ਉਹਦੇ ਵਿੱਚ ਪੁਰਸ਼ ਵਾਲੇ ਗੁਣ ਵੀ ਹੁੰਦੇ ਨੇ, ਇਸਤਰੀ ਵਾਲੇ ਵੀ ਹੁੰਦੇ ਨੇ। ਇੱਕ ਪੁਰਸ਼ ਦੇ ਵਿੱਚ ਇਸਤਰੀ ਵਾਲੇ ਗੁਣ ਵੀ ਹੁੰਦੇ ਨੇ, ਪੁਰਸ਼ ਵਾਲੇ ਵੀ ਹੁੰਦੇ ਨੇ। ਕਿਉਂ? ਕਈ ਜਨਮਾਂ ਦੀ ਯਾਤਰਾ ਹੈ। ਹਰੇਕ ਜੀਵ ਆਤਮਾ ਦੇ ਵਿੱਚ ਜਿੰਨੇ ਪਸ਼ੂ ਨੇ, ਜਿੰਨੇ ਪੰਛੀ ਨੇ, ਸਾਰਿਆਂ ਦੇ ਗੁਣ ਨੇ, ਕਿਉਂਕਿ ਉਹਨਾਂ ਦੇ ਵਿੱਚੋਂ ਨਿਕਲ ਕੇ ਆਇਆ। ਇਹ ਜਿਹੜਾ ਜਨਮ ਹੈ, ਜਿਹੜਾ ਇਹ ਸਰੀਰ ਹੈ, ਇਹ ਵੀ ਇੱਕ ਸਰੀਰ 84 ਲੱਖ ਦਾ ਪਾਰਟ ਹੈ ਵੀ। ਜੇ 83,999 ਜੂਨੀਆਂ ਹੋਰ ਨੇ, ਇੱਕ ਜੂਨੀ ਇਹ ਵੀ ਇੱਕ ਜੂਨੀ ਹੈ। ਇਹ ਪਰ ਸਰਵੋਤਮ ਜੂਨੀ ਹੈ, ਬਸ ਇੰਨੀ ਗੱਲ ਹੈ। ਇਸ ਜੂਨੀ ਦੇ ਵਿੱਚ ਰਹਿ ਕੇ ਮਨੁੱਖ ਪਰਮੇਸ਼ਰ ਵਰਗਾ ਬਣ ਸਕਦਾ ਹੈ ਬਸ, ਔਰ ਪਰਮੇਸ਼ਰ ਤੋਂ ਥੱਲੇ ਵੀ ਜੀ ਸਕਦਾ, ਇਹ ਵੀ ਇਹਦੇ ਵਿੱਚ ਹੈ। ਜੇ ਇਹ ਥੱਲੇ ਨੂੰ ਜੀਏਗਾ ਪਸ਼ੂਆਂ ਵਰਗਾ ਬਣ ਜਾਏਗਾ, ਉੱਤੇ ਨੂੰ ਜੀਏਗਾ ਪਰਮੇਸ਼ਰ ਵਰਗਾ ਬਣ ਜਾਏਗਾ। ਔਰ ਕਈ ਮਨੁੱਖਾਂ ਦੇ ਵਿੱਚ ਇਹ ਹੈ। ਗੁਰੂ ਨਾਨਕ ਸਾਹਿਬ ਦੇ ਟਾਈਮ ਕੋਡੇ ਰਾਖਸ਼ ਵਰਗੇ ਇੰਨੇ ਥੱਲੇ ਚਲੇ ਗਏ ਸੀ, ਬੰਦਿਆਂ ਨੂੰ ਹੀ ਮਾਰ ਕੇ ਖਾਣ ਲੱਗ ਪਏ। ਜਿਹੜੇ ਅੱਜ ਕਿਸੇ ਦੇ ਹਿੱਸੇ ਦਾ ਧਨ ਖਾ ਜਾਂਦੇ ਨੇ, ਮਨੁੱਖ ਮਾਰਨੇ ਹੀ ਨੇ। ਅੱਜ ਵੀ ਜਿਹੜੇ ਕਿਸੇ ਦਾ ਹਿੱਸੇ ਦਾ ਖਾ ਰਹੇ ਨੇ, ਬੰਦਿਆਂ ਨੂੰ ਹੀ ਮਾਰ ਕੇ ਖਾ ਰਹੇ ਨੇ। ਇਹਦਾ ਮਤਲਬ ਪਸ਼ੂਆਂ ਵਾਲੀ ਬਿਰਤੀ ਉਹਨਾਂ ਵਿੱਚ ਹੈ। ਪਰ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਦੇ ਹਰੇਕ ਮਨੁੱਖ ਦੇ ਅੰਦਰ ਇਹ ਸੁਭਾਅ ਪਿਆ ਹੋਇਆ ਹੈ। ਮਹਾਰਾਜ ਇੱਥੇ ਕਹਿੰਦੇ ਨੇ, ਕਹਿੰਦੇ ਇਸ ਕਰਕੇ ਸੇਵਾ ਕਰੋ। ਜਿਹੜੀ ਸੇਵਾ ਹੈ, ਗੁਰੂ ਜੀ ਦੀ ਸੇਵਾ ਹੈ, ਇਹ ਬੜੀ ਹੀ ਫਲਦਾਇਕ ਹੈ। ਡੱਲੇ ਬਾਸੀ ਸਿੱਖ ਸਮੁਦਾਏ, ਇੱਕ ਦਿਨ ਸਕਲ ਗੁਰੂ ਡਿਗ ਆਏ। ਡੱਲੇ ਦੇ ਰਹਿਣ ਵਾਲੇ ਸਿੱਖ ਗੁਰੂ ਸਾਹਿਬ ਜੀ ਦੇ ਕੋਲ ਚੱਲ ਕੇ ਆਏ। ਸਾਰੇ ਜਣੇ ਇਕੱਠੇ ਹੋ ਕੇ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਦੇ ਹਨ। ਦੇਖ ਦਿਓ ਸਾਂਝਾ ਉਪਦੇਸ਼, ਸ੍ਰੀ ਸਤਿਗੁਰ ਕਰ ਕਿਰਪਾ ਵਿਸ਼ੇਸ਼। ਮਹਾਰਾਜ ਜੀ ਨੇ ਉਹਨਾਂ ਨੂੰ ਵੇਖ ਕੇ ਜਿੰਨੇ ਵੀ ਸਿੱਖ ਆਏ ਸਨ, ਸਾਰਿਆਂ ਨੂੰ ਇੱਕ ਸਾਂਝਾ ਉਪਦੇਸ਼ ਦਿੱਤਾ ਹੈ। ਦਿਨ ਗੁਰ ਪੂਰਬ ਦਰਸ਼ ਸੁਕਰਾਂਤ, ਦੀਪ ਮਾਲ ਆਦਿਕ ਬਖਿਆਂਤ। ਮਹਾਰਾਜ ਜੀ ਕਹਿੰਦੇ ਜਿਸ ਦਿਨ ਕਿਸੇ ਗੁਰੂ ਸਾਹਿਬ ਜੀ ਦਾ ਗੁਰਪੁਰਬ ਆਏ, ਕਿਸੇ ਮਹਾਂਪੁਰਖ ਦਾ ਅਸੀਂ ਜਦੋਂ ਗੁਰਪੁਰਬ ਮਨਾਉਂਦੇ ਹਾਂ, ਹੋਏ ਦੁਸਹਿਰਾ ਮਿਲ ਇੱਕ ਥਾਏ, ਕਰੋ ਕਰਾਵੋ ਉਛਾਹੇ ਬੰਧਾਏ। ਇਸ ਕਰਕੇ ਜਦੋਂ ਵੀ ਗੁਰਪੁਰਬ ਹੋਏ, ਸਾਰੇ ਜਣੇ ਇਕੱਠੇ ਹੋਵੋ। ਇਕੱਠੇ ਹੋਣ ਤੋਂ ਬਾਅਦ ਇੱਕ ਥਾਂ ਇਕੱਠੇ ਹੋ ਕੇ ਬੜੇ ਉਤਸ਼ਾਹ ਦੇ ਨਾਲ ਉਸ ਨੂੰ ਮਨਾਉਣਾ ਕਰੋ। ਗੁਰ ਨਿਮਿਤ ਕਰ ਦੇਹੋ ਵਰਤਾਈ, ਸ਼ਬਦ ਕੀਰਤਨ ਕਰੋ ਬਨਾਈ। ਉਸ ਦਿਨ ਲੰਗਰ ਤਿਆਰ ਕਰੋ ਤੇ ਬੜੇ ਸੁੰਦਰ ਤਰੀਕੇ ਦੇ ਨਾਲ ਸ਼ਬਦ ਕੀਰਤਨ ਨੂੰ ਗਾਇਨ ਕਰੋ। ਸਿੱਖ ਗਰੀਬ ਹੋਏ ਬਸਤਰ ਬਹੀਨ, ਦੀਜੈ ਤਿਸੈ ਸਿਵਾਏ ਨਵੀਨ। ਇਹ ਗੱਲ ਮਹਾਰਾਜ ਬਾਰ-ਬਾਰ ਕਰ ਰਹੇ ਨੇ, ਹਰੇਕ ਸਿੱਖ ਨੂੰ ਇਹੀ ਉਪਦੇਸ਼ ਦੇ ਰਹੇ ਨੇ। ਜੇ ਕੋਈ ਐਸਾ ਮਨੁੱਖ ਮਿਲਦਾ ਜਿਹਦੇ ਕੋਲ ਵਸਤਰ ਨਹੀਂ ਹਨ,
ਐਸਾ ਕੋਈ ਪਰਮਾਤਮਾ ਦਾ ਪਰਮੇਸ਼ਰ ਦਾ ਭਗਤ ਹੈ ਉਹਦੇ ਕੋਲ ਵਸਤਰ ਨਹੀਂ, ਉਹਨੂੰ ਨਵੇਂ ਵਸਤਰ ਲੈ ਦਿਓ, ਨਵੇਂ ਕੱਪੜੇ ਸਵਾ ਦਿਓ, ਇਹ ਬਹੁਤ ਵੱਡਾ ਪੁੰਨ ਹੈ। ਵੇਖੋ ਜੁਦਤ ਕੋ ਦੇਹੋ ਆਹਾਰੋ, ਮਿਲ ਕਰ ਸਕਲ ਏਵ ਪ੍ਰਤ ਪਾਰੋ। ਇਸ ਕਰਕੇ ਜੇ ਕੋਈ ਭੁੱਖਾ ਮਿਲਦਾ ਹੈ ਉਸ ਨੂੰ ਲੰਗਰ ਛਕਾ ਦਿਓ, ਐਵੇਂ ਕਰਕੇ ਸਾਰਿਆਂ ਦੀ ਪਾਲਣਾ ਕਰਨੀ ਕਰੋ। ਕੇ ਸਿੱਖ ਕੋ ਕਾਰਜ ਅਰ ਜਾਏ, ਨੈ ਤਿਸ ਤੇ ਕੋਹੂ ਬਨ ਆਏ। ਜੇ ਕਿਸੇ ਸਿੱਖ ਭਰਾ ਦਾ ਕੋਈ ਪ੍ਰਮਾਤਮਾ ਦਾ ਨਾਮ ਲੈਣ ਵਾਲਾ ਹੈ, ਉਹਦਾ ਕੋਈ ਕਾਰਜ ਅੜ ਜਾਏ ਤੇ ਉਸ ਤੋਂ ਉਹ ਕਾਰਜ ਨਾ ਹੋ ਰਿਹਾ ਹੋਵੇ, ਮਿਲੋ ਸਕਲ ਮਹਿ ਕਰ ਅਰਦਾਸ, ਜਤਾ ਸ਼ਕਤ ਲੀਜੈ ਸਭ ਪਾਸ। ਸਾਰਿਆਂ ਨੂੰ ਇਕੱਠਿਆ ਹੋ ਕੇ ਕਰਕੇ ਜਿੰਨੇ ਵੀ ਰੱਬ ਨੂੰ ਮੰਨਣ ਵਾਲੇ ਨੇ ਸਾਰਿਆਂ ਅੱਗੇ ਬੇਨਤੀ ਕਰੋ ਤੇ ਉਹਨਾਂ ਨੂੰ ਕਹੋ ਭਾਈ ਇਹਦਾ ਫਲਾਣੇ ਸਿੱਖ ਦਾ ਕਰਮ ਅੜ ਗਿਆ, ਅਸੀਂ ਇਹਦੀ ਯਥਾਯੋਗ ਜਿੰਨੀ ਹੋ ਸਕਦੀ ਹੈ ਇਸ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ। ਇਕੱਠੋ ਕਰ ਧਨ ਦੇਹੋ ਤਿਸ ਤਾਈ, ਜਿਸ ਤੇ ਕਾਰਜ ਕੋ ਬਣ ਜਾਈ। ਇਕੱਠਾ ਕਰਕੇ ਉਸ ਨੂੰ ਧਨ ਦੇ ਦੇਣਾ ਚਾਹੀਦਾ ਹੈ ਜਿਸ ਕਰਕੇ ਮਨੁੱਖ ਦਾ ਕੋਈ ਕਾਰਜ ਸਿਵਰ ਜਾਵੇ। ਇਹੀ ਰੀਤ ਨਿਜ ਵਿਖੇ ਚਲਾਵੋ, ਕਰੋ ਜੋਰ ਸ਼ੁਭ ਦਿਨ ਜਬ ਪਾਵੋ। ਇਹ ਰੀਤ ਜਿਹੜੀ ਇਕੱਠੇ ਹੋ ਕੇ ਚਲਾਵੋ, ਜਦੋਂ ਵੀ ਸ਼ੁਭ ਦਿਨ ਆਉਂਦਾ ਹੈ ਕੋਈ ਕਥਾ ਕੀਰਤਨ ਦੇ ਵਿੱਚ ਮਨ ਲਗਾਵੋ। ਪੁੱਤਰ ਪੋਤਰੇ ਹੋਏ ਤੁਮਾਰੇ, ਕਰੈ ਕਾਰ ਇਸ ਰੀਤੀ ਸਾਰੇ। ਮਹਾਰਾਜ ਕਹਿੰਦੇ ਇਹਦਾ ਬੜਾ ਫਾਇਦਾ ਵੀ ਹੋਏਗਾ ਜੇ ਤੁਸੀਂ ਭੁੱਖਿਆਂ ਦੀ ਕਿੰਨਿਆਂ ਦੀ ਸੇਵਾ ਕਰੋਗੇ, ਜੇ ਅੱਗੇ ਔਲਾਦ ਹੋਏਗੀ ਉਹ ਵੀ ਇੱਧਰ ਲੱਗ ਜਾਏਗੀ, ਕਿਉਂਕਿ ਜਿਹੜੇ ਕਰਮ ਵੱਲ ਅਸੀਂ ਉਹਨਾਂ ਨੂੰ ਲਾਵਾਂਗੇ ਉੱਧਰ ਹੀ ਉਹ ਲੱਗ ਜਾਣਗੇ। ਕਹਿੰਦੇ ਇਸ ਕਰਕੇ ਉਹ ਵੀ ਇਸ ਕਾਰਜ ਵਿੱਚ ਲੱਗ ਜਾਣਗੇ। ਇਹ ਰਹਿ ਰਾਸ ਕਦੀਮੀ ਚਲੈ, ਸਿੱਖੀ ਧਰੇ ਮਹਾ ਸੁਖ ਮਿਲੈ। ਇਹ ਜਿਹੜੀ ਮਰਿਆਦਾ ਹੈ ਮੁੱਢ ਕਦੀਮੀ ਚੱਲੀ ਹੁੰਦੀ ਹੈ, ਦੂਜਿਆਂ ਦੀ ਪਰਉਪਕਾਰ ਕਰਨਾ, ਇਸ ਦੇ ਨਾਲ ਮਨੁੱਖ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਧਰ ਸਰਦਾ ਗਾਵਹਿ ਗੁਰਬਾਣੀ, ਪਰਾ ਲਬਦ ਜਿਨ ਹੋਏ ਮਹਾਣੀ। ਜਿਨ੍ਹਾਂ ਦੀ ਪ੍ਰਾਲਬਧ ਮਹਾਨ ਹੁੰਦੀ ਹੈ ਉਹ ਇਕੱਠੇ ਹੋ ਕੇ ਗੁਰਬਾਣੀ ਗਾਉਂਦੇ ਨੇ, ਕਿਉਂਕਿ ਸਾਧ ਸੰਗਤ ਮਨੁੱਖ ਨੂੰ ਇਵੇਂ ਲੱਗਦਾ ਹੈ, ਕਿਉਂਕਿ ਬੁੱਧੀ ਜਿੰਨੀ ਕੁ ਹੁੰਦੀ ਹੈ ਉੱਡੇ ਕੋ ਦਾ ਸੰਸਾਰ ਹੁੰਦਾ ਹੈ ਹਰੇਕ ਮਨੁੱਖ ਦਾ। ਹਰੇਕ ਮਨੁੱਖ ਦੀ ਸੋਚਣ ਸ਼ਕਤੀ ਉਨੀ ਕੁ ਹੁੰਦੀ ਹੈ ਜਿੰਨਾ ਕੋ ਉਹਦਾ ਦਿਮਾਗ ਹੋਵੇ। ਹੁਣ ਇੱਕ ਦਰਖਤ ਖੜਾ ਹੈ, ਇੱਕ ਦਰਖਤ ਨੂੰ ਚਾਰ ਜਣੇ ਵੇਖ ਰਹੇ ਨੇ, ਚਾਰਾਂ ਦੀ ਆਪੋ ਆਪਣੀ ਬੁੱਧੀ ਹੈ। ਇੱਕ ਕਵੀ ਹੈ, ਉਹ ਕਹੇਗਾ ਕਿਵੇਂ ਇਹਦੀ ਸੋਹਣੀ ਸੋਹਣੀ ਹਵਾ ਚੱਲ ਰਹੀ ਹੈ, ਉਹਦੇ ਹਵਾ ਪੱਤਿਆਂ ਨੂੰ ਵੇਖ ਕੇ ਗੀਤ ਲਿਖ ਦੇਗਾ। ਇੱਕ ਜੀਵ ਵਿਗਿਆਨੀ ਹੈ, ਉਹ ਕਹੇਗਾ ਵੇਖ ਹਰਾ ਕਿਵੇਂ ਹੈ, ਇਹਦੀ ਕਿੱਡੀ ਹਰਿਆਲੀ ਹੈ, ਕਿਉਂ ਇਹਦੇ ਵਿੱਚ ਫਲਾਣੇ ਫਲਾਣੇ ਤੱਤ ਨੇ। ਦੂਜਾ ਇੱਕ ਫਿਲੋਸਫਰ ਹੈ, ਇਹ ਕਹੇ ਇਹਦੇ ਵਿੱਚ ਵੇ ਕਿੰਨੀ ਹਰਿਆਲੀ ਹੈ, ਐਸੀ ਹਰਿਆਲੀ ਮਨੁੱਖ ਦੇ ਵੀ ਹੋਣੀ ਚਾਹੀਦੀ ਹੈ। ਇੱਕ ਲੱਕੜਹਾਰਾ ਆ ਗਿਆ, ਉਹ ਕਹਿੰਦਾ ਕਿੱਡੇ ਟਾਹਣ ਮੋਟੇ ਨੇ, ਜੇ ਵੱਢ ਕੇ ਇਹਨੂੰ ਲੱਕੜ 'ਚ ਪਾ ਲਈਏ ਤਾਂ ਕਿੱਡਾ ਠੀਕ ਰਹੇਗਾ। ਇੱਕ ਪਰਉਪਕਾਰੀ ਜਾ ਰਿਹਾ ਹੈ, ਕਹਿੰਦਾ ਏਡਾ ਵੱਡਾ ਦਰਖਤ ਹੈ, ਕਿੰਨਿਆਂ ਨੂੰ ਛਾਂ ਦਿੰਦਾ ਹੋਏਗਾ ਜੇ ਐਸੇ ਅਸੀਂ ਵੀ ਲਗਾ ਲਈਏ। ਇਸ ਕਰਕੇ ਦਰਖਤ ਨੂੰ ਵੱਢਣ ਵਾਲੇ ਵੀ ਨਹੀਂ, ਦਰਖਤ ਇੱਕ ਹੀ ਹੈ, ਸੋਚ ਅਲੱਗ-ਅਲੱਗ ਹੈ। ਇਸ ਕਰਕੇ ਮਨੁੱਖ ਇੱਕ ਹੀ ਹੈ, ਹਰੇਕ ਚੀਜ਼ ਦਾ ਮਨੁੱਖ ਦਾ ਵੇਖਣ ਦਾ ਤਰੀਕਾ ਆਪੋ ਆਪਣਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਸ਼ਰਧਾ ਧਾਰ ਕੇ ਗੁਰੂ ਦੀ ਬਾਣੀ ਗਾਵੋ। ਬਾਣੀ ਉਹੀ ਗਾ ਸਕਦਾ ਜਿਹਦਾ ਕੋਈ ਕਰਮ ਸ੍ਰੇਸ਼ਟ ਹੈ ਪਿਛਲਾ। ਨਹੀਂ, ਸਤ ਸੰਗਤ ਵਿੱਚ ਬੈਠਣਾ ਅੱਜ ਦੇ ਸਮੇਂ ਵਿੱਚ ਸੌਖਾ ਨਹੀਂ ਹੈ, ਕਿਉਂਕਿ ਏਡੇ ਕਰਮ ਹੀ ਨਹੀਂ ਬਣਦੇ। ਸਾਰਾ ਦਿਨ ਤੇ ਕਰਮ ਬਣਦੇ ਨਹੀਂ, ਸਾਰਾ ਦਿਨ ਤੇ ਕਿ ਸਾਹਮਣੇ ਕੋਈ ਵਿਖਦਾ ਨਹੀਂ ਨਾ। ਸਤਿਯੁਗ ਦਾ ਸਮਾਂ ਹੈ ਨਹੀਂ, ਜਿੱਧਰ ਵੀ ਜਾਈਏ ਕੋਈ ਨਾ ਕੋਈ ਸਤ ਸੰਗਤ ਹੀ ਚੱਲ ਰਹੀ ਹੈ। ਐਸਾ ਤੇ ਸਮਾਂ ਨਹੀਂ ਹੈ, ਇਹ ਤੇ ਸਮਾਂ ਹੀ ਐਸਾ ਹੈ ਜਿੱਧਰ ਵੀ ਜਾਈਏ ਕਲੇਸ਼ ਹੀ ਕਲੇਸ਼ ਨੇ, ਲੜਾਈ ਹੈ, ਝਗੜਾ ਹੈ, ਮਾੜੀ ਮਾੜੀ ਗੱਲ ਤੇ ਕਲੇਸ਼ ਨੇ, ਮਾੜੀ ਮਾੜੀ। ਕੋਈ ਮੋਟਰਸਾਈਕਲ ਲੈ ਕੇ ਅੱਗੇ ਆ ਗਿਆ, ਐਵੇਂ ਅੱਜ ਕੱਲ੍ਹ ਤੇ ਏਡਾ ਸਮਾਂ ਆ ਗਿਆ ਹੈ, ਮਨੁੱਖ ਇੰਨਾ ਹੁਣ ਮੈਨੂੰ ਇਵੇਂ ਜਾਪਦਾ ਹੈ ਇਹ ਚੇਂਜਿੰਗ ਦਾ ਟਾਈਮ ਹੈ ਬਸ। ਕਿਉਂਕਿ ਜਦੋਂ ਮਨੁੱਖ ਹੋਰ 20-40 ਸਾਲ ਐਵੇਂ ਹੋ ਲਏਗਾ, ਉਸ ਤੋਂ ਬਾਅਦ ਬਦਲਾਅ ਹੋਣਾ ਜ਼ਰੂਰੀ ਹੈ। ਕਿਉਂਕਿ ਧਰਤੀ ਵੀ ਕਦੋਂ ਤਾਈਂ ਭਾਰ ਚੱਲਦੀ ਹੈ, ਧਰਤੀ ਨੂੰ ਵੀ ਅਰਦਾਸ ਕਰਨੀ ਪੈਂਦੀ ਹੈ ਫਿਰ ਪਰਮਾਤਮਾ ਦੀ। 25-30 ਸਾਲਾਂ ਤੋਂ ਬਾਅਦ ਦੇਸ਼ ਆਪਸ ਵਿੱਚ ਲੜਦੇ ਹੁੰਦੇ ਨੇ। ਆਏ ਵਾਰੀ ਇੱਕ ਵਾਰੀ ਲੜ ਬੈਠੇ ਨੇ, ਅੱਗੇ ਆਸਾਰ ਬਣਦੇ ਫਿਰ ਰਹੇ ਨੇ ਲੜਨ ਦੇ।
क्योंकि जिन्नी ज़्यादा फ्रस्ट्रेशन लोगों में इकट्ठी हो जाएगी वो फिर लड़ाई के उतर आते हैं। मनुख की लड़ाई किसी नाल है, झगड़ा किसी नाल है, दुख इनू कोई है कढ़ किसी दे रहा, दुख किसी का नहीं है। अपने जेडे औगणे वही इनू परेशान करते हैं, ये सोचता मैनू कोई बाहरों दे रहा, परेशानी अपनी है, सोचता कोई दे रहा। महाराज बाणी दे विच कहंदे ने किसी की परेशानी दिती हुई नहीं, जो मैं किया सो मैं पाया। ये जिन्नी परेशानी है जीव आत्मा नू है, पिछले जन्मां तो जो जो मैं किया है वो मेरे नाल है, अज का नहीं। जो मैं किया अज तो किते की गल नहीं है, इस शब्द के अर्थ डूंघे ने। जो मैं किया जदों दा तुरी है जीव आत्मा, जो जो किया है वो ही पाया, उहदे नाल ही मनुखा जन्म मिलिया, उस दे नाल ही सतसंगत। महाराज कहते जिन्हां दी प्रालब्ध महान हुंदी है वो गुरु की बाणी पढ़ते ने, गुरु की संगत उन्होंने मिलती है। मनुख का सुभाव जिहड़ा है वो बदलता जा रहा है, ये अपने सुभाव वाल नहीं जा रहा। यदा सुभाव ये नहीं है, ये जिहड़ा मनुखा शरीर है यदा सुभाव है निर्वैरता, निरभौ। अपने आप नूं इस शरीर दे विच आके आत्मा अपने आप नूं ना बंदा मनदी है ना जनानी, इस तो उत्ते दे अध्यास टुट जाता है। इस शरीर च आके पशु दे विच नहीं टुट सकता, इत्थे टुट जाता है। पर हजे तई मनुख इस शरीर दे विच आके तागीत बड़ी नीवीं जा रही है, थल्ले नूं जा रहा है मनुख। और साध संगत इस दे विच एक ही काम रह गया, खाना पीना ते सोना। इस तो बाहर मनुख जानदा ही कुछ नहीं। पर खांदा पींदा सौंदा भी परेशान है। आप जी कदे किसी पशु नूं नहीं वेखोगे वो कहेगा मैनू अज बड़ी टेंशन है। कोई पशु नहीं है, रोटी मिली है ना नहीं मिली है, आनंद मान रहे हैं। पंछी सवेरे पौ फुटी दे बोलते हैं, सारा दिन गीत गाते रहते हैं। कदे वेख्या किसी पंछी कोई डिप्रैशन दे नाल गया होए? नहीं जाता, क्योंकि उन्होंने पता है मेरा काम खाना है तो सो जाना है। रब दे आसरे डोरां छड्डियां होईयां ने, है तो मनुख दियां आस डोरियां भी रब ते ही ने। मिलना तो इनू वही है जो रब ने देना है। बस महाराज कहते ने अगे भज्या फिरदा भी शायद मेरे कित्तियां मिल रहा है। ये वास्ते ना पुराने समय च बजुर्ग ना एक उदाहरण वरतदे हुंदे सी। पहले समय च गड्ढे चलते सी, उन्हां थल्ले ना कुत्तियां दे बच्चे चल पैंदे सी। वो अगों किसी दूजे ने आना ना उन्हें भौंक पैना, पता ही कतों भी ये तो मैं चला रहा, तू की करना आ गया, ये गड्डी मेरे सिर ते चल रही है। एवें कई बारी मनुख नूं ये हो जाता है, कोई पिंड का सरपंच बन जाए, एरिए का MLA बन जाए, सोचदा गड्डी मेरे ही सिर ते चल रही है, जिस दिन मैं चला जावांगा शायद धरती रुक जाएगी उस दिन। ये तो अनंत कालों तो चलती आ रही है, एवें चलती रहनी है। पता नहीं कदों की तुरी है। ये तो 50-60 साल की जिंदगी है, ये रब का नाम लैके आनंद भी मान सकता है, नहीं अपने आप को करता पुरख भी समझ सकता है। मनुख की परेशानी तो है ये समझ बैठा है अपने आप को कुछ। मैं आप जी ने उदण भी कहा सी, नमाज का दिन सी, रोजियां का टाइम सी, बुले शाह जाके मसीत दे विच रोटी बना लई, खाण लग पिया, नाल एक होर सी। हुण रोजियां का टाइम, रोजियां में कौन रोटी खांदा, उन्हें फड़ के कुटिया, बुले नूं ते ना कुटिया, नाल दे नूं कुटिया। डेरे आ गए दोवें, कहंदा बुले नूं कहंदा है मैनू बड़ा कुटिया, तेनू कुछ किया ही नहीं। बुला कहंदा तू जरूर कुछ ना कुछ बनया होवेगा, बनने वालियां नूं मार पैंदी है। कहंदा तू की? कहंदा मैं कहंदा सी मैं फलाना आ। मैं कहंदा तू? कहंदा मैं तो आख्या मैं बोलिया ही नहीं अगों कुछ, मैं कुछ नहीं हाँ। जेड़े कुछ नहीं ना हुंदे उन्हां नूं मार पैंदी नहीं, जेड़े कुछ बनते ने ना मार रब की दरगाह च पैंदी उन्हां नूं। जेड़े कहंदे ने मैं कुछ हाँ, जेड़ा कुछ है वो रब नूं नहीं मनदा। जिन्ना रब नूं मन्निया वो कहंदा हों कछ नहीं, कछ आहे ना मोरा, अवसर लज्जा राख लै, सदना जन तोरा। कहंदा मेरा कुछ भी नहीं है, मैं कुछ नहीं हाँ, सब कुछ तेरा ही है, मैं कुछ है ही नहीं। जिहदे कोल मैं नहीं है उन्होंने कोई मार नहीं है, वो तो बड़ा खुश हुंदा है। वो पता है कि हमेशा जिहड़ी भी उहदे नाल गल वापरदी है वो एक ही गल कर, जो तुद भावै साई भली कर। मनुख ये समझदा है शायद मैं अपनी बुद्धि के लैवल ते कुछ कर सकदा,
ਮਹਾਰਾਜ ਕਹਿੰਦੇ ਕੁਝ ਕਰਨ ਦਿੰਦਾ ਹੀ ਨਹੀਂ ਉਹ। ਜੋ ਕੁਝ ਮਨੁੱਖਾਂ ਨੇ ਦਿਮਾਗਾਂ ਵਿੱਚ ਸੋਚਿਆ ਹੋਇਆ ਹੈ ਨਾ, ਜੇ ਕਿਤੇ ਹੋਣ ਲੱਗ ਜਾਏ ਇੱਕ ਦਿਨ 'ਚ ਹੀ ਦੁਨੀਆ ਕਲੈਸ਼ ਹੋ ਜਾਏਗੀ। ਇੱਕ ਦਿਨ ਇੱਕ ਗਵਾਂਢੀ ਦੇ ਬਾਰੇ ਜੋ ਕੁਝ ਸੋਚੀ ਬੈਠਾ ਹੈ, ਜੇ ਕਿਤੇ ਨਾਲੋਂ ਨਾਲ ਪੂਰਾ ਹੋਣ ਲੱਗ ਜਾਏ ਨਾ, ਦੁਨੀਆ ਆਪੋ ਆਪਣੇ ਸਾੜੇ 'ਚ ਇੱਕੋ ਦਿਨ 'ਚ ਹੀ ਮਰ ਜਾਏਗੀ। ਜੋ ਕੁਝ ਮਨੁੱਖਾਂ ਨੇ ਇੱਕ ਦੂਜੇ ਬਾਰੇ ਸੋਚਿਆ ਹੋਇਆ ਹੈ ਨਾ, ਇੱਕ ਧਰਮ ਵਾਲਿਆਂ ਨੇ ਦੂਜੇ ਧਰਮ ਵਾਲਿਆਂ ਸੋਚਿਆ ਹੈ, ਇੱਕ ਜਾਤ ਵਾਲਿਆਂ ਨੇ ਦੂਜੀ ਜਾਤ ਵਾਲੇ ਸੋਚਿਆ ਹੋਇਆ ਹੈ, ਇੱਕ ਕੰਪਨੀ 'ਚ ਰਹਿਣ ਵਾਲੇ 4 ਮੁਲਾਜ਼ਮਾਂ ਨੇ ਦੂਜੇ ਮੁਲਾਜ਼ਮਾਂ ਬਾਰੇ ਸੋਚਿਆ ਹੈ। ਜੇ ਕਿਤੇ ਰੱਬ ਪੂਰਾ ਕਰਨ ਲੱਗ ਜਾਏ ਸਾਧ ਸੰਗਤ, ਇੱਕ ਸੈਕਿੰਡ ਵਿੱਚ ਦੁਨੀਆ ਖਤਮ। ਕਿਉਂ? ਸਾਰਿਆਂ ਨੇ ਇਹੀ ਸੋਚਿਆ ਇਹ ਰਹੇ ਹੀ ਨਾ, ਬਸ ਮੈਂ ਹੀ ਰਵਾਂ। ਮਨੁੱਖ ਇਹੀ ਚਾਹੁੰਦਾ ਹੈ, ਇਹ ਦੁਨੀਆ ਤੇ ਮੈਂ ਹੀ ਰਵਾਂ, ਬਸ ਮੇਰਾ ਹੀ ਨਾਮ ਰਹੇ। ਜੇ ਕਿਤੇ ਰੱਬ ਇਹਦੀ ਗੱਲ ਪੂਰੀ ਕਰਨ ਲੱਗ ਜਾਏ ਹਰੇਕ ਹੀ, ਮਹਾਰਾਜ ਕਹਿੰਦੇ ਨਹੀਂ, ਪ੍ਰਭ ਡੋਰੀ ਹਾਥ ਤੁਮਾਰੇ। ਇਹ ਤੇ ਡੋਰੀ ਕਿਸੇ ਦੇ ਹੱਥ ਵਿੱਚ ਹੈ। ਇਹ ਤੇ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ। ਉਹ ਤਾਂ ਕਹਿੰਦੇ ਮੈਂ ਤੇ ਕੁੱਤਾ, ਕਿਉਂ? ਮੇਰੇ ਹੱਥ ਵਿੱਚ ਹੀ ਕੁਝ ਨਹੀਂ। ਗਲੇ ਹਮਾਰੇ ਜੇਵਰੀ ਜੈ ਕਿੰਚੇ ਤਹਿ ਜਾਓ। ਮੇਰੇ ਤੇ ਹੱਥ ਵਿੱਚ ਕਰਮਾਂ ਦੀ, ਗਲ ਵਿੱਚ ਰੱਬ ਨੇ ਜੇਵਰੀ ਪਾਈ ਹੋਈ ਹੈ ਕਰਮਾਂ ਦੀ, ਉਹਨੇ ਹੀ ਦਿੱਤੇ ਨੇ ਕਰਮ। ਜਿੱਥੇ ਜਿੱਥੇ ਉਹ ਖਿੱਚੀ ਜਾਂਦਾ। ਇਹਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ। ਮਨੁੱਖ ਦੇ ਹੱਥ ਵਿੱਚ ਨਹੀਂ ਹੈ ਕੁਝ। ਜੇ ਕਿਤੇ ਹੱਥ ਵਿੱਚ ਹੁੰਦਾ, ਇਹ ਦੁਨੀਆ ਦਾ ਨਕਸ਼ਾ ਐਸਾ ਨਹੀਂ ਸੀ ਹੋਣਾ। ਅਸ ਉਪਦੇਸ਼ ਸਭਨ ਕੋ ਕਰਕੇ, ਗੁਣ ਸਿਖਰਾਏ ਅਗੁਣ ਪਰ ਹਰਤੈ। ਇਸ ਤਰ੍ਹਾਂ ਮਹਾਰਾਜ ਨੇ ਸਾਰਿਆਂ ਨੂੰ ਉਪਦੇਸ਼ ਦਿੱਤਾ। ਸਾਰਿਆਂ ਦੇ ਗੁਣ ਜਿਹੜੇ, ਉਹਨਾਂ ਨੂੰ ਗੁਣ ਦੇ ਕੇ, ਗੁਰੂ ਕਰਦਾ ਵੀ ਇਹੀ ਹੈ, ਗੁਣ ਦੇ ਦਿੰਦਾ ਹੈ, ਉਹਨਾਂ ਦੇ ਅਵਗੁਣਾਂ ਨੂੰ ਦੂਰ ਕਰ ਦਿੱਤਾ ਹੈ। ਗੋਇੰਦਵਾਲ ਗੁਰੂ ਚੱਲ ਆਏ, ਸੇਵਕ ਸੰਗ ਇਹ ਸਮੁਦਾਏ। ਮਹਾਰਾਜ ਜੀ ਗੋਇੰਦਵਾਲ ਸਾਹਿਬ ਵਾਪਸ ਆ ਗਏ ਹਨ, ਉਹਨਾਂ ਦੇ ਨਾਲ ਹੋਰ ਵੀ ਸੇਵਕ ਹਨ। ਭਜਨ ਕੀਰਤਨ ਲਾਗਤ ਰੰਗ, ਹੋਤ ਆਨੰਦ ਗੁਰੂ ਕੇ ਸੰਗ। ਉੱਥੇ ਹਮੇਸ਼ਾ ਹੀ ਭਜਨ ਕੀਰਤਨ ਹੁੰਦਾ ਰਹਿੰਦਾ ਸੀ। ਸੰਗਤ ਗੁਰੂ ਦੇ ਬਚਨ ਸੁਣ ਸੁਣ ਕੇ ਆਨੰਦ ਮਾਣਦੀ ਸੀ। ਅੰਮ੍ਰਿਤ ਸਮ ਆਹਾਰ ਨਿਤ ਹੋਵੇ, ਦਰਸ਼ਨ ਕਰਹਿ ਕਲੂਖਣ ਖੋਵੇ। ਅੰਮ੍ਰਿਤ ਦੇ ਬਰਾਬਰ, ਅੰਮ੍ਰਿਤ ਦੇ ਸਮਾਨ ਆਹਾਰ ਸੰਗਤ ਛਕਦੀ ਹੈ, ਜਿਹਦੇ ਨਾਲ ਆਪਣੇ ਆਪਣੇ ਪਾਪਾਂ ਨੂੰ ਦੂਰ ਕਰ ਲੈਂਦੀ ਹੈ। ਆਏ ਸ਼ਰਨ ਤਿਸ ਕਰਹਿ ਉਧਾਰੇ, ਉਪਦੇਸ਼ ਹੈ ਸਤਨਾਮ ਸੁਖਾਰੇ। ਜਿਹੜਾ ਵੀ ਆਉਂਦਾ ਉਹਨੂੰ ਸਤਨਾਮ ਦਾ ਉਪਦੇਸ਼ ਦਿੰਦੇ ਨੇ, ਸਾਰੇ ਦੇ ਸਾਰੇ ਸੁਖੀ ਹੋ ਜਾਂਦੇ ਹਨ। ਜਹ ਕਹੈ ਸਿੱਖੀ ਬਹੁ ਵਿਦਤਾਈ, ਕਿਨ ਸਿੱਖਣ ਤੇ ਗੁਰਮਤਿ ਪਾਈ। ਜਿੱਥੇ ਕਿੱਥੇ ਵੀ ਜਾਂਦੇ ਨੇ ਸਿੱਖੀ ਪ੍ਰਗਟ ਕੀਤੀ ਹੈ, ਮਹਾਰਾਜ ਜੀ ਨੇ ਗੁਰਮਤਿ ਪ੍ਰਗਟ ਕੀਤੀ ਹੈ। ਓ ਗੁਰਮੁਖ ਤੇ ਸੁਣ ਉਪਦੇਸ਼, ਮਿਟਹਿ ਬੰਧਨ ਕਸ਼ਟ ਅਸ਼ੇਸ਼। ਮਹਾਰਾਜ ਜੀ ਦੇ ਸਮੇਂ 3 ਤਰੀਕਿਆਂ ਨਾਲ ਉਪਦੇਸ਼ ਦਿੱਤਾ ਜਾਂਦਾ ਸੀ। ਗੁਰੂ ਜੀ ਉਪਦੇਸ਼ ਦਿੰਦੇ ਸਨ। ਗੁਰੂ ਅਮਰਦਾਸ ਜੀ ਇੱਕ 22 ਮੰਜੀਆਂ ਮਹਾਰਾਜ ਨੇ ਥਾਪੀਆਂ ਸਨ, ਉਹਨਾਂ ਕੋਲ ਉਪਦੇਸ਼ ਲੈ ਲੈਂਦੇ ਸੀ। ਜਾਂ ਤੀਜੀ ਗੱਲ ਸੀ, ਗੁਰੂ ਸਾਹਿਬ ਜੀ ਦੇ ਨਿਕਟਵਰਤੀ ਸਿੱਖ, ਉਹ ਵੀ ਸੰਗਤ ਨੂੰ ਉਪਦੇਸ਼ ਕਰ ਦਿਆ ਕਰਦੇ ਸਨ। ਬਾਵਨ ਚੰਦਨ ਕੀ ਸਮ ਹੋਏ, ਨਰ ਤਰ ਸੁਜਸ ਸੁਗੰਧਤ ਸੋਏ। ਇਸ ਕਰਕੇ ਜਿਹੜੇ ਸਿੱਖ ਸਨ ਉਹ 52 ਚੰਦਰ ਦੀ ਤਰ੍ਹਾਂ ਸਨ। ਜਿਵੇਂ ਚੰਦਨ ਦੇ ਨਿਕਟ ਰਹਿਣ ਵਾਲੇ ਸਾਰੇ ਜਿੰਨੇ ਵੀ ਫੁੱਲ ਵਾੜੀਆਂ ਹੁੰਦੀਆਂ ਨੇ, ਉਹ ਸੁਗੰਧਿਤ ਹੋ ਜਾਂਦੀਆਂ ਹਨ। ਨਿਕਟ ਬਸੇ ਪੂਰਬ ਬੜੇ ਭਾਗੀ, ਸਤ ਨਾਮ ਸੋ ਔਰ ਲਿਵ ਲਾਗੀ। ਉਹ ਵੱਡੇ ਭਾਗਾਂ ਵਾਲੇ ਹੁੰਦੇ ਸਨ ਸਿੱਖ, ਜਿਨ੍ਹਾਂ ਦੀ ਸਤਨਾਮ ਦੇ ਵਿੱਚ, ਜਾਪ ਦੇ ਵਿੱਚ ਲਿਵ ਲੱਗ ਜਾਂਦੀ ਸੀ। ਸੰਤ ਗਿਆਨੀ ਮਸਕੀਨ ਸਿੰਘ ਜੀ ਕਹਿੰਦੇ ਸੀ, ਕਹਿੰਦੇ ਮੈਂ ਵੇਖ ਰਿਹਾ, ਉਹਨਾਂ ਦਾ ਇਹ ਨਿੱਜੀ ਅਨੁਭਵ ਸੀ। ਕਹਿੰਦੇ ਪਿਛਲੇ 30-40 ਸਾਲਾਂ ਦੇ ਵਿੱਚ ਪਹਿਲਾਂ ਤੇ ਕੋਈ ਗੁਰਮੁਖ ਸੱਜਣ ਸੰਤ ਹੁੰਦੇ ਸੀ, ਹੁਣ ਅੱਗੇ ਜਿਹੜਾ ਸੰਤ ਹੈ ਉਹ ਘਟ ਗਏ ਨੇ। ਕਾਰਨ ਕੀ ਹੈ? ਜਾਪ ਘਟ ਗਿਆ ਹੈ। ਪਹਿਲਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ, ਪਰਮੇਸ਼ਰ ਦਾ ਜਾਪ ਮਨੁੱਖ ਜ਼ਿਆਦਾ ਕਰਦੇ ਸਨ। ਹੁਣ ਹੌਲੀ ਹੌਲੀ ਜਿਹੜਾ ਗੁਰੂ ਦਾ ਉਪਦੇਸ਼ ਵੀ ਹੈ, ਇਹ ਵੀ ਆ ਕੇ ਤਰਕਾਂ ਤੇ ਖਲੋ ਗਿਆ ਹੈ। ਜਿਉਂ-ਜਿਉਂ ਇਹ ਤਰਕਾਂ ਤੇ ਹੁੰਦਾ, ਹਰੇਕ ਬੰਦਾ ਇਹ ਸਮਝਦਾ ਮੈਂ ਬੁੱਧੀਜੀਵੀ ਹਾਂ, ਧਰਮ ਮੇਰੇ ਹੀ ਆਸਰੇ ਚੱਲ ਰਿਹਾ ਹੈ, ਮੇਰੇ ਅਨੁਸਾਰ ਚੱਲਣਾ ਚਾਹੀਦਾ ਹੈ। ਭਾਵਨਾ ਖਤਮ ਹੋ ਜਾਂਦੀ ਹੈ, ਤਰਕ ਕੁਤਰਕ ਬਣ ਜਾਂਦੀ ਹੈ। ਐਵੇਂ ਕਹਿੰਦੇ ਨੇ ਸਤਨਾਮ ਦਾ ਉਪਦੇਸ਼ ਘੱਟ ਹੋ ਰਿਹਾ ਹੈ।
ਧੰਨ ਧੰਨ ਗੁਰ ਅਮਰ ਉਚਾਰੈ ਅੰਤਰ ਬ੍ਰਿਤੀ ਬੈਠ ਨਿਤ ਧਾਰੈ। ਸਾਰੇ ਧੰਨ ਧੰਨ ਗੁਰੂ ਅਮਰਦਾਸ ਜੀ ਉਚਾਰਦੇ ਹਨ। ਮਹਾ ਅੰਤਰ ਬਿਰਤੀ ਧਾਰਨ ਕਰਕੇ ਮਹਾਰਾਜ ਜੀ ਦੇ ਕੋਲ ਬੈਠਦੇ ਹਨ। ਇੱਥੋਂ ਤਾਈਂ ਦੀ ਕਥਾ ਆਪਾਂ ਅੱਜ ਸ਼ਰਵਣ ਕਰਾਂਗੇ। ਕੱਲ ਨੂੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਦੀ ਮੁੱਢਲੀ ਕਥਾ ਆਪਾਂ ਕੱਲ ਨੂੰ ਸ਼ੁਰੂ ਕਰਾਂਗੇ। ਗੁਰੂ ਰਾਮਦਾਸ ਜੀ ਦਾ ਨਿੱਤ ਦਾ ਵਿਹਾਰ ਕੀ ਸੀ, ਕਿਵੇਂ ਉਹ ਗੁਰੂ ਸਾਹਿਬ ਜੀ ਦੇ ਕੋਲ ਆਏ, ਕਿਵੇਂ ਮਹਾਰਾਜ ਜੀ ਨੇ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ। ਕੱਲ ਤੋਂ ਉਹਨਾਂ ਦੀ ਕਥਾ ਆਪਾਂ ਆਰੰਭ ਕਰਾਂਗੇ। ਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਨਾਮ ਦੀ ਦਾਤ, ਗੁਰਬਾਣੀ ਗੁਰਸਿੱਖੀ ਦੀ ਦਾਤ ਬਖਸ਼ਣ, ਤਾਂ ਜੋ ਇਹ ਮਨੁੱਖਾ ਜਨਮ ਹੈ ਜਿਹੜਾ ਇਹ ਵਾਰੀ ਹੈ। ਮਹਾਰਾਜ ਕਹਿੰਦੇ ਇਹ ਜਿਹੜਾ ਅਵਸਰ ਲੱਭਾ ਹੈ ਬੜੀ ਮੁਸ਼ਕਲ ਲੱਭਾ ਹੈ, ਕਿਤੇ ਇਹ ਪ੍ਰਯੋਜਨ ਪੂਰਾ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈ ਭੁੱਲ ਚੁੱਕ ਦੇ ਲਈ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।